USA ਦੇ ਵਿੱਚ ਜੀ ਤਾਂ ਬਿਲੀਅਨਸ ਆਫ ਡਾਲਰਸ ਦੀ ਸਬਸਿਡੀ ਦੇਣੀ ਪੈ ਰਹੀ ਹੈ। ਜੇ ਤੁਸੀਂ ਡਾਇਰੈਕਟ ਗਵਰਨਮੈਂਟ ਦੇ ਕੋਲ ਜਾਂਦੇ ਹੋ, ਜੇ ਤੁਹਾਡੀ ਆਲਰੇਡੀ ਕੰਪਨੀ ਹੈਗੀ ਹੈ, $0 ਦਾ ਖਰਚਾ ਹੈ ਕੀ ਜਾਵੇ ਕਿ ਇੱਥੇ ਹੋਰ ਬੜੇ ਤਰ੍ਹਾਂ ਦੇ ਲਾਅ ਬਹੁਤ ਜਿਹੜਾ ਕੰਟਰੈਕਟ ਆ ਉਹਦੀ ਵੀ ਨੌਲੇਜ ਕਿਸਾਨਾਂ ਨੂੰ ਜਿਹੜੀ ਉਹ ਦਿੱਤੀ ਜਾਂਦੀ ਹੈ। ਫਾਰਮਰਸ ਨੂੰ ਇਹਦੇ ਬਾਰੇ ਕੁਝ ਨਹੀਂ ਪਤਾ। ਮਤਲਬ ਮਿਲੀਅਨਸ ਆਫ ਡਾਲਰਸ ਜਿਹੜਾ ਉਹ ਤੁਹਾਨੂੰ ਇੱਕ ਫਾਰਮ ਚੋਂ ਮੈਨੂੰ ਲੱਗਦਾ ਸ਼ਾਇਦ ਤਕਰੀਬਨ 3-3.5 ਲੱਖ ਡਾਲਰ ਜਿਹੜਾ 1 ਏਕੜ ਦੇ ਫਾਰਮ ਚੋਂ ਤੁਹਾਨੂੰ ਨਿਕਲ ਸਕਦਾ ਉਹ। ਚਾਹੇ ਕਿ ਆਪਾਂ ਅਮਰੀਕਾ ਦੀ ਗੱਲ ਕਰੀਏ, ਚਾਹੇ ਕਿ ਆਪਾਂ ਕੈਨੇਡਾ ਦੀ ਗੱਲ ਕਰੀਏ, ਚਾਹੇ ਬਹੁਤ ਬਹੁਤ ਵੱਡੇ ਵੱਡੇ ਜਿਹੜੇ ਮੁਲਕ ਹੈ ਉੱਥੇ ਦੀ ਗੱਲ ਕਰੀਏ, ਕੀ ਇਹ ਸਾਰੀਆਂ ਚੀਜ਼ਾਂ ਇੰਡੀਆ ਵਿੱਚ ਆਉਣਗੀਆਂ ਜਾਂ ਇਹ ਕਦੀ ਹੋਣੀਆਂ ਇੱਦਾਂ ਦੀਆਂ? ਟੀਵੀ ਪੰਜਾਬ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ। ਇਸ ਵਕਤ ਭਾਰਤ ਦੇ ਵਿੱਚ ਕਿਸਾਨ ਅੰਦੋਲਨ ਚੱਲ ਰਿਹਾ ਤੇ ਜਿਹੜੇ ਨਵੇਂ ਖੇਤੀ ਕਾਨੂੰਨ ਭਾਰਤ ਸਰਕਾਰ ਵੱਲੋਂ ਲਾਗੂ ਕੀਤੇ ਜਾ ਰਹੇ ਆ, ਭਾਰਤ ਸਰਕਾਰ ਦਾ ਦਾਅਵਾ ਇਹ ਆ ਕਿ ਇਹ ਖੇਤੀ ਕਾਨੂੰਨ ਜਿਹੜੇ ਆ ਕਿਸਾਨਾਂ ਦੀ ਜ਼ਿੰਦਗੀ ਬਦਲ ਦੇਣਗੇ, ਬਹੁਤ ਵਧੀਆ ਕਾਨੂੰਨ ਨੇ। ਪਰ ਦੂਜੇ ਪਾਸੇ ਕਿਸਾਨਾਂ ਵੱਲੋਂ ਕਿਹਾ ਜਾ ਰਿਹਾ ਕਿ ਇਹ ਜਿਹੜੇ ਨਵੇਂ ਕਾਨੂੰਨ ਆ ਉਹਨਾਂ ਲਈ ਮੌਤ ਦਾ ਵਾਰੰਟ ਆ, ਕਿਉਂਕਿ ਕਾਰਪੋਰੇਟ ਘਰਾਣੇ ਜਿਹੜੇ ਆ ਇਸ ਨਾਲ ਖੇਤੀ ਸੈਕਟਰ ਵਿੱਚ ਘੁਸਪੈਠ ਕਰ ਜਾਣਗੇ ਤੇ ਆਪਣੀਆਂ ਮਨ ਆਈਆਂ ਕਰਨਗੇ, ਜਿਸ ਨਾਲ ਜਿਹੜੇ ਕਿਸਾਨੀ ਆ ਉਹ ਖਤਮ ਹੋ ਜਾਵੇਗੀ ਤੇ ਆਪਣੇ ਹੀ ਖੇਤਾਂ 'ਚ ਜਿਹੜੇ ਕਿਸਾਨ ਆ ਮਜ਼ਦੂਰ ਬਣ ਕੇ ਰਹਿ ਜਾਣਗੇ। ਸੋ ਇਹਦੇ ਵਿੱਚ ਹੁਣ ਜਿਹੜੀ ਆ, ਕਿਉਂਕਿ ਇਸ ਤਰ੍ਹਾਂ ਦੇ ਕਾਨੂੰਨ ਹੋਰ ਮੁਲਕਾਂ 'ਚ ਵੀ ਲਾਗੂ ਹੋਣ ਦੀ ਗੱਲ ਕੀਤੀ ਜਾ ਰਹੀ ਹੈ, ਖਾਸ ਕਰਕੇ ਅਮਰੀਕਾ ਦਾ ਜ਼ਿਕਰ ਹੋ ਰਿਹਾ ਤੇ ਕਿਤੇ ਕਿਤੇ ਜ਼ਿਕਰ ਕੈਨੇਡਾ ਦਾ ਵੀ ਆਉਂਦਾ ਆ। ਔਰ ਅਮਰੀਕਾ ਦੀਆਂ ਤਾਂ ਉਦਾਹਰਨਾਂ ਕਿਸਾਨਾਂ ਵੱਲੋਂ ਖੁਦ ਦਿੱਤੀਆਂ ਜਾਂਦੀਆਂ ਕਿ ਕਿਸ ਤਰ੍ਹਾਂ ਉੱਥੇ ਛੋਟੀ ਕਿਸਾਨੀ ਖਤਮ ਕਰ ਦਿੱਤੀ ਗਈ। ਔਰ ਕੈਨੇਡਾ ਵਿੱਚ ਕਿਸ ਤਰ੍ਹਾਂ ਦੇ ਕਾਨੂੰਨ ਨੇ, ਕੈਨੇਡਾ 'ਚ ਖੇਤੀ ਕਿੱਦਾਂ ਚੱਲਦੀ ਆ, ਇਹਨਾਂ ਆਪਾਂ ਅੱਜ ਇੱਕ ਛੋਟੀ ਜੀ ਵਿਸ਼ਲੇਸ਼ਣ ਕਰਾਂਗੇ, ਜਾਂ ਇਹ ਕਹਿ ਲਓ ਸੌਖੇ ਸ਼ਬਦਾਂ 'ਚ ਕੰਪੇਅਰ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕਿਸ ਤਰ੍ਹਾਂ ਦੇ ਕਾਨੂੰਨ ਭਾਰਤ 'ਚ ਲਾਗੂ ਹੋਣ ਜਾ ਰਹੇ ਨੇ, ਕਿਸ ਤਰ੍ਹਾਂ ਦੇ ਕਾਨੂੰਨ ਅਮਰੀਕਾ 'ਚ ਲਾਗੂ ਨੇ ਤੇ ਕੈਨੇਡਾ ਵਿੱਚ ਕਿਸ ਤਰ੍ਹਾਂ ਦੇ ਕਾਨੂੰਨ ਨੇ। ਸਭ ਤੋਂ ਵੱਡਾ ਸਵਾਲ MSP ਤੇ ਆ ਕਿ ਕੈਨੇਡਾ 'ਚ MSP ਹੈ, ਦੂਜਾ ਰੂਪ ਹੈ MSP ਦਾ ਕੈਨੇਡਾ 'ਚ ਕਿਸ ਤਰ੍ਹਾਂ ਆ, ਉਹਦੀ ਚਰਚਾ ਵੀ ਕਰਾਂਗੇ। ਤੇ ਚਰਚਾ ਕਰਨ ਲਈ ਸਾਡੇ ਨਾਲ ਮੌਜੂਦ ਨੇ ਪ੍ਰਭ ਸਿਮਰ ਸਿੰਘ ਹੁਣੀ, ਜੋ ਕਿ ਇੱਕ ਆਪਣੀ ਖੁਦ ਦੀ ਇੱਕ ਕਾਰੋਬਾਰ 'ਚ ਪਿਛਲੇ ਕਾਫੀ ਸਾਲਾਂ ਤੋਂ ਇੱਕ ਸਫਲ ਕਾਰੋਬਾਰੀ ਨੇ ਅਤੇ ਇਸ ਖੇਤਰ ਨਾਲ ਵੀ ਜੁੜੇ ਹੋਏ ਨੇ। ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸੋ ਸਭ ਤੋਂ ਪਹਿਲਾਂ ਪ੍ਰਭ ਸਿਮਰ ਜੀ, ਬਹੁਤ ਬਹੁਤ ਸਵਾਗਤ ਤੁਹਾਡਾ ਟੀਵੀ ਪੰਜਾਬ ਤੇ। ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅੱਛਾ ਪ੍ਰਭ ਸਿਮਰ ਜੀ, ਜਿਵੇਂ ਕਿ ਆਪਾਂ ਸ਼ੁਰੂਆਤ ਦੇ ਵਿੱਚ ਹੁਣ ਮੈਂ ਜ਼ਿਕਰ ਕੀਤਾ ਕਿ ਖੇਤੀ ਕਾਨੂੰਨਾਂ ਦੀ ਗੱਲ ਚੱਲ ਰਹੀ ਹੈ, ਔਰ ਇਹਨਾਂ ਖੇਤੀ ਕਾਨੂੰਨਾਂ ਦੇ ਰੌਲੇ ਵਿੱਚ ਅਮਰੀਕਾ ਤੇ ਕੈਨੇਡਾ ਦਾ ਜ਼ਿਕਰ ਬਹੁਤ ਜ਼ਿਆਦਾ ਆ ਰਿਹਾ। ਖਾਸ ਕਰਕੇ ਜਦੋਂ ਅਮਰੀਕਾ ਦੀ ਗੱਲ ਹੁੰਦੀ ਤਾਂ ਕਿਹਾ ਜਾਂਦਾ ਕਿ ਉੱਥੇ ਇਹ ਜਿਹੜਾ ਮਾਡਲ ਆ ਪੂਰੀ ਤਰ੍ਹਾਂ ਫੇਲ ਹੋ ਚੁੱਕਾ ਆ, ਪਰ ਦੂਜੇ ਪਾਸੇ ਕੈਨੇਡਾ ਦਾ ਵੀ ਕਦੇ ਕਦੇ ਜ਼ਿਕਰ ਆਉਂਦਾ ਆ। ਮੈਂ ਚਾਹੁੰਦਾ ਪਹਿਲਾਂ ਆਪਾਂ ਇਹ ਗੱਲ ਕਰੀਏ ਕਿ ਅਮਰੀਕਾ ਦੇ ਵਿੱਚ ਇਹ ਸਿਸਟਮ ਕਿਵੇਂ ਫੇਲ ਹੋਇਆ ਤੇ ਕਿੰਨੀ ਕੁ ਜਿਹੜੀ ਸਮਾਨਤਾ ਆ ਜੋ ਇਸ ਵਕਤ ਭਾਰਤ 'ਚ ਕਾਨੂੰਨ ਲਿਆਂਦੇ ਜਾ ਰਹੇ ਤੇ ਜਿਹੜੇ ਅਮਰੀਕਾ 'ਚ ਲਾਗੂ ਨੇ। ਦੇਖੋ ਜੀ, ਸਭ ਤੋਂ ਪਹਿਲਾਂ ਨਾ ਆਪਾਂ ਗੱਲ ਕਰੀਏ, ਜਿਵੇਂ ਬਾਰ-ਬਾਰ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਅਮਰੀਕਾ ਨਾਲ ਇਹਨੂੰ ਕੰਪੇਅਰ ਕੀਤਾ ਜਾਂਦਾ ਜਾਂ ਕੈਨੇਡਾ ਨਾਲ ਕੰਪੇਅਰ ਕੀਤਾ ਜਾਂਦਾ ਹੈ। ਕੋਈ ਵੀ ਜਦੋਂ ਖਿੱਤਾ ਹੁੰਦਾ, ਜੇ ਐਗਰੀਕਲਚਰ ਹੈ ਜਿਹੜਾ, ਇਹ ਇੱਕ ਖਿੱਤਾ ਹੈ, ਇਹਦੇ ਨਾਲ ਕੁਝ ਸਪੋਰਟਿੰਗ ਫੈਕਟਰਸ, ਕੁਝ ਸਪੋਰਟਿੰਗ ਆਰਗੇਨਾਈਜੇਸ਼ਨਸ ਵੀ ਜਿਹੜੀਆਂ ਹੁੰਦੀਆਂ ਹੈ। ਇਹਨੂੰ ਜੇ ਆਪਾਂ ਬਿਲਕੁਲ ਇੱਕ ਲਾਅ ਹੈ ਜਿਹੜਾ ਉੱਥੋਂ ਦੀ ਕੱਢ ਕੇ ਤੇ ਇੰਡੀਆ ਦੇ ਵਿੱਚ ਫਿੱਟ ਕਰਨ ਦੀ ਕੋਸ਼ਿਸ਼ ਕੀਤੀ ਜਾਵੇ ਤੇ ਬਾਕੀ ਦੇ ਜਿਹੜੇ ਉਹ ਸਪੋਰਟਿੰਗ ਫੈਕਟਰਸ ਹੈ, ਬਾਕੀ ਦੇ ਜਿਹੜੀਆਂ ਸਪੋਰਟਿੰਗ ਆਰਗੇਨਾਈਜੇਸ਼ਨਸ ਹੈ ਜਿਹੜੀਆਂ, ਉਹਨਾਂ ਦੀਆਂ ਹੋਰ ਜਥੇਬੰਦੀਆਂ, ਉਹਨਾਂ ਨੂੰ ਜੇ ਤੁਸੀਂ ਅੱਖੋਂ ਪਰੋਖੇ ਕਰ ਦਿਓ ਤੇ ਉਹ ਕਨਸੈਪਟ ਹੈ ਜਿਹੜਾ ਉਹ ਸਹੀ ਨਹੀਂ ਹੈਗਾ। ਹੁਣ ਮੈਂ ਸਭ ਤੋਂ ਪਹਿਲਾਂ ਨਾ ਇਹ ਐਗਰੀਕਲਚਰ ਦੇ ਨਾਲ ਰਿਲੇਟਡ ਜਿਹੜੇ ਆ ਕੁਝ ਤੱਥ ਮੈਂ ਤੁਹਾਨੂੰ ਦੱਸਣਾ ਚਾਹੁੰਦਾ। ਜਿਵੇਂ ਹੁਣ ਕਿ ਇੰਡੀਆ ਦੇ ਵਿੱਚ ਹੈਗਾ ਇੱਕ MSP ਦੀ ਗੱਲ ਬਾਰ-ਬਾਰ ਆ ਰਹੀ ਹੈ ਕਿ ਜੀ ਇੱਕ ਮਿਨੀਮਮ ਸਪੋਰਟਿੰਗ ਪ੍ਰਾਈਸ ਹੈ ਜਿਹੜਾ ਉਹ ਦਿੱਤਾ ਜਾਣਾ ਚਾਹੀਦਾ, ਤੇ ਉਹ ਕਹਿੰਦੇ ਕਿ ਹੁਣ ਜੇ ਇਹ ਸਪੋਰਟਿੰਗ ਪ੍ਰਾਈਸ ਨਹੀਂ ਵੀ ਰਹੇਗਾ ਤਾਂ ਕੈਨੇਡਾ ਦੇ ਵਿੱਚ ਜਾਂ ਅਮਰੀਕਾ ਦੇ ਵਿੱਚ ਕਿ ਗਵਰਨਮੈਂਟ ਵੱਲੋਂ ਕੋਈ ਇਹ ਸਪੋਰਟਿੰਗ ਪ੍ਰਾਈਸ ਹੈ ਜਾਂ ਨਹੀਂ ਹੈ। ਹੁਣ ਮੈਂ ਤੁਹਾਨੂੰ ਇੱਥੇ ਦੱਸਦਾ ਕਿ ਜੀ ਇੱਥੇ ਜਿਹੜਾ ਇਹ ਐਗਰੀਕਲਚਰ ਹੈ ਨਾ, ਚਾਹੇ ਉਹ ਵੀਟ ਹੈ ਜਾਂ ਕੋਰਨ ਹੈ ਜਾਂ ਹੋਰ ਡੇਅਰੀ ਪ੍ਰੋਡਕਟਸ ਹੈ, ਉਹ ਫਿਊਚਰਸ ਦੇ ਵਿੱਚ ਵੀ ਟ੍ਰੇਡ ਹੁੰਦੇ ਆ। ਜਿਹੜੇ ਹੁਣ ਇਹ ਲੋਕ ਇਸ ਚੀਜ਼ ਨੂੰ ਨਹੀਂ ਸਮਝਦੇ, ਫਿਊਚਰਸ ਹੁੰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇ ਕੋਈ ਆਪਾਂ ਕੰਟਰੈਕਟ ਕਰਨਾ ਹੋਵੇ, ਜੇ ਆਪਾਂ ਜਿਹੜੀ ਉਹਦੀ ਲੋਡਿੰਗ ਹੈ ਜਾਂ ਜਿਹੜੀ ਉਹਦੀ SP ਹੈ, ਜਦੋਂ ਇੱਕ ਸੇਲ ਪਰਚੇਜ਼ ਐਗਰੀਮੈਂਟ ਜਿਹੜਾ ਉਹ ਸਾਈਨ ਹੋ ਜਾਂਦਾ ਤੇ ਉਹਦੀ ਜਿਹੜੀ ਲੋਡਿੰਗ ਹੁੰਦੀ ਹੈ ਉਹ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਨਿਰਧਾਰਿਤ ਕਰ ਦਿੱਤੀ ਜਾਂਦੀ ਹੈ, ਫਿਕਸ ਕਰ ਦਿੱਤੀ ਜਾਂਦੀ ਹੈ। ਇੱਕ ਲੇਕ ਐਂਡ ਜਿਹਨੂੰ ਆਪਾਂ ਕਹਿ ਲਈਏ ਵੀ ਇੱਕ ਡੇਟ ਫਿਕਸ ਕਰ ਦਿੱਤੀ ਜਾਂਦੀ ਹੈ ਕਿ ਉਹ ਚਾਹੇ ਉਹ ਫੈਬਰੂਰੀ ਦੇ ਐਂਡ ਤੇ ਹੋਵੇ ਜਾਂ ਉਹ ਮਾਰਚ ਦੇ ਵਿੱਚ ਹੋਵੇ, ਉਹ ਡੇਟ ਹੁੰਦੀ ਹੈ। ਹੁਣ ਜੇ ਆਪਾਂ ਇਹ ਗੱਲ ਕੀਤੀ ਜਾਵੇ ਕਿ ਇਹ ਪਾਰਦਰਸ਼ਤਾ, ਜਿਵੇਂ ਟਰਾਂਸਪੇਰੈਂਸੀ ਦੀ ਗੱਲ ਕੀਤੀ ਜਾਵੇ ਕਿ ਇਹ ਟਰਾਂਸਪੇਰੈਂਸੀ ਕਿੰਨੀ ਕੁ ਹੈਗੀ ਹੈ। ਹੁਣ ਤੁਸੀਂ ਸਾਰਿਆਂ ਕੋਲ ਕੰਪਿਊਟਰ ਹੈਗਾ, ਸਾਰਿਆਂ ਕੋਲ ਇੰਟਰਨੈਟ ਹੈਗਾ, ਤੁਸੀਂ ਆਪ ਜਾ ਕੇ ਸਰਚ ਮਾਰੋ CBOT, ਸ਼ਿਕਾਗੋ ਬੋਰਡ ਆਫ ਟ੍ਰੇਡ, CME ਹੈ ਸ਼ਿਕਾਗੋ ਮਰਕੈਂਟਾਈਲ ਐਕਸਚੇਂਜ, ਉਹਦੇ ਤੇ ਵੀਟ ਦੇ, ਕੋਰਨ ਦੇ, ਸੋਇਆਬੀਨ ਦੇ ਇਹ ਜਿਹੜੇ ਸਾਰੇ ਪ੍ਰਾਈਸਿਸ ਹੈ ਉਹ ਬਕਾਇਦਾ ਉਹਨਾਂ ਨੇ ਆਨਲਾਈਨ ਪਾਏ ਹੋਏ ਆ। ਤੁਸੀਂ ਕੰਪੈਰੀਜ਼ਨ ਕਰ ਸਕਦੇ ਹੋ ਕਿ ਪਿਛਲੇ ਮਹੀਨੇ ਦਾ ਕੀ ਪ੍ਰਾਈਸ ਸੀਗਾ, ਹੁਣ ਕੀ ਪ੍ਰਾਈਸ ਚੱਲ ਰਿਹਾ ਹੈ।
ਫਰਜ਼ ਕਰੋ ਅੱਜ ਦਾ ਪ੍ਰਾਈਸ ਕੀ ਚੱਲ ਰਿਹਾ, ਆਉਣ ਵਾਲੇ ਸਮੇਂ ਦਾ ਕੀ ਪ੍ਰਾਈਸ ਹੋਏਗਾ, ਉਹ ਵੀ ਉਹਨਾਂ ਨੇ ਉੱਥੇ ਦਿੱਤਾ ਹੋਇਆ। ਇਸ ਤੋਂ ਇਲਾਵਾ ਇਹ ਤਾਂ ਇੱਕ ਜਿਹੜਾ ਆਪਾਂ MSP ਦੀ ਗੱਲ ਕਰ ਰਹੇ ਹਾਂ, ਜੀ ਜਿਹਨੂੰ ਕਿ ਆਪਾਂ ਬਾਰ-ਬਾਰ ਕੰਪੇਅਰ ਕਰਦੇ ਹਾਂ ਕਿ ਅਮਰੀਕਾ ਨਾਲ ਜਾਂ ਕੈਨੇਡਾ ਨਾਲ। ਦੂਸਰੀ ਜਿਹੜੀ ਗੱਲ ਕੀਤੀ ਜਾਂਦੀ ਹੈ ਕਿ ਜਦੋਂ ਇੱਕ ਕੋਈ ਖਿੱਤਾ ਹੁੰਦਾ ਹੈ, ਜਿਵੇਂ ਮੈਂ ਦੱਸਿਆ ਕਿ ਉਹਦੇ ਜਿਹੜੇ ਸਪੋਰਟਿੰਗ ਫੈਕਟਰਸ ਕੀ ਹੁੰਦੇ, ਹੁਣ ਇੱਕ ਬੈਂਕਿੰਗ ਹੁੰਦਾ ਜੀ। ਉਸ ਤੋਂ ਇਲਾਵਾ ਇੱਥੇ ਕੈਨੇਡਾ ਦੀ ਜੇ ਆਪਾਂ ਗੱਲ ਕਰੀਏ, EDC ਐਕਸਪੋਰਟ ਡਿਵੈਲਪਮੈਂਟ ਕੈਨੇਡਾ, ਬਿਜ਼ਨਸ ਡਿਵੈਲਪਮੈਂਟ ਕੈਨੇਡਾ, CYPF, ਉੱਦਾਂ ਹੀ ਅਮਰੀਕਾ ਦੇ ਵਿੱਚ ਅਣਗਿਣਤ ਆਪਾਂ ਇੱਦਾਂ ਦੀਆਂ ਆਰਗੇਨਾਈਜੇਸ਼ਨਸ ਹੈ ਜਿਹੜੀਆਂ ਕਿ ਫਾਰਮਰਸ ਨੂੰ, ਨਾ ਸਿਰਫ ਫਾਰਮਰਸ ਨੂੰ, ਲੋਕਲ ਟ੍ਰੇਡਰਸ ਨੂੰ, ਹੋਰ ਛੋਟੇ ਮੋਟੇ ਜਿਹੜੇ ਕਾਰੋਬਾਰੀ ਹੈ ਉਹਨਾਂ ਨੂੰ ਸਪੋਰਟ ਕਰਦੀਆਂ। ਉਹਨਾਂ ਨੂੰ ਪ੍ਰੋਪਰ ਟ੍ਰੇਨਿੰਗ ਦਿੱਤੀ ਜਾਂਦੀ ਹੈ, ਉਹਨਾਂ ਨੂੰ ਪ੍ਰੋਪਰ ਤੁਹਾਡੇ ਐਗਰੀਮੈਂਟਸ ਕਿੱਦਾਂ ਸਾਈਨ ਕਰਨੇ ਆ, ਇੱਥੋਂ ਤੱਕ ਕਿ ਫੁੱਲ ਫਲੈਜ ਪ੍ਰੋਗਰਾਮਸ ਹੈਗੇ ਹੈ, ਟ੍ਰੇਨਿੰਗ ਉਹਨਾਂ ਨੂੰ ਮਿਲਦੀ ਹੈ ਕਿ ਤੁਸੀਂ ਕਿੱਦਾਂ ਜਿਹੜਾ ਕਿਹੜਾ ਕ੍ਰੌਪ ਲਗਾਓਗੇ, ਜਾਂ ਤੁਸੀਂ ਕਿਹੜਾ ਕ੍ਰੌਪ ਜਿਹੜਾ ਉਹ ਮਤਲਬ ਤੁਹਾਨੂੰ ਜ਼ਿਆਦਾ ਫਾਇਦਾ ਦੇ ਕੇ ਜਾਏਗਾ। ਤੁਹਾਡੇ ਕੋਲ ਘੱਟ ਜ਼ਮੀਨ ਹੈ, ਵੱਧ ਜ਼ਮੀਨ ਹੈ, ਤੁਹਾਡੇ ਕੋਲ ਕਿੱਦਾਂ ਦਾ ਫਾਰਮ ਹੈ, ਕਿੱਥੇ ਤੁਸੀਂ ਹੈਗੇ ਹੋ, ਅਲੱਗ-ਅਲੱਗ ਜ਼ੋਨਿੰਗ ਕੀਤੀ ਗਈ ਹੈ, ਜ਼ੋਨਸ ਦੇ ਵਿੱਚ ਉਹਨੂੰ ਵੰਡਿਆ ਗਿਆ ਹੈ। ਹੁਣ ਆਪਾਂ ਕੈਨੇਡਾ ਦੀ ਗੱਲ ਕਰੀਏ, ਨਾਇਗਰਾ ਫਾਲਸ ਦੇ ਕੋਲ ਜਿਹੜਾ ਆਪਾਂ ਦੇਖਿਆ ਵੀ ਵਾਈਨਰੀਜ਼ ਬਹੁਤ ਜ਼ਿਆਦਾ। ਹੁਣ BC ਦੇ ਵਿੱਚ ਚਲੇ ਜਾਈਏ, ਉੱਥੇ ਐਪਲਸ ਬਹੁਤ ਜ਼ਿਆਦਾ ਹੈ। ਹੁਣ ਜੇ ਤੁਸੀਂ BC ਦੇ ਵਿੱਚ ਜਾਈਏ, ਉੱਥੇ ਅਲੱਗ-ਅਲੱਗ ਤਰ੍ਹਾਂ ਦੀ ਲੱਕੜ ਹੁੰਦੀ ਹੈ, ਸਪਰੂਸ ਹੈ, ਪਾਈਨ ਹੈ, ਡਗਲਸ ਫਰ ਹੈ, ਸਦਰਨ ਯੈਲੋ ਪਾਈਨ ਹੈ ਅਮਰੀਕਾ ਦੇ ਵਿੱਚ। ਜੇ ਤੁਸੀਂ ਗੱਲ ਕਰੀਏ ਓਨਟਾਰੀਓ ਦੀ, ਇੱਥੇ ਸੋਇਆਬੀਨ ਬਹੁਤ ਜ਼ਿਆਦਾ। ਸੋ ਜਿੱਦਾਂ ਦੀ ਧਰਤੀ ਹੈ ਉੱਦਾਂ ਦਾ ਤੁਹਾਨੂੰ ਗਾਈਡ ਕਰਦੇ ਆ ਕਿੱਦਾਂ ਦੀ ਫਸਲ ਲਾਉਣੀ ਹੈ। ਇਹ ਸਾਰਾ ਕੁਝ ਇੱਥੇ ਜੀ ਫ੍ਰੀ ਦਿੱਤਾ ਜਾਂਦਾ। ਫਿਰ ਆਪਾਂ ਕੰਪਨੀਜ਼ ਦੀ ਗੱਲ ਕਰੀਏ, ਕਾਰਪੋਰੇਸ਼ਨਸ ਦੀ ਗੱਲ ਕਰੀਏ, ਸੈਟਅਪ ਕਰਨਾ ਹੋਵੇ, ਐਕਸਪੋਰਟਿੰਗ, ਤੁਸੀਂ ਇੱਥੇ ਕਿਉਂਕਿ ਸਾਡੀ ਆਪਣੀ ਇੱਕ ਐਕਸਪੋਰਟ ਇੰਪੋਰਟ ਕੰਸਲਟਿੰਗ ਕੰਪਨੀ ਹੈ, ਸੋ ਅਸੀਂ ਇੱਥੇ ਬੜੇ ਫਾਰਮਰਸ ਨਾਲ ਵਰਕ ਕੀਤਾ। ਅਸੀਂ BC ਦੇ ਵੀ, ਇੱਥੇ ਦੇ ਵੀ ਬੜੇ ਫਾਰਮਰਸ ਨੂੰ ਅਸੀਂ ਹੈਲਪ ਕੀਤੀ ਹੈ, ਉਹਨਾਂ ਦੀਆਂ ਕੰਪਨੀਆਂ ਸੈਟਅਪ ਕਰਕੇ, ਉਹਨਾਂ ਦੇ ਐਕਸਪੋਰਟ ਇੰਪੋਰਟ ਜਿਹੜੇ ਲਾਇਸੈਂਸ ਉਹਨਾਂ ਨੂੰ ਲੈ ਕੇ, ਤੇ ਜਦੋਂ ਉਹ ਐਕਸਪੋਰਟ ਕਰਨਾ ਚਾਹੁੰਦੇ ਆ, ਇਹ ਸਾਰਾ ਜਿਹੜਾ ਮੈਂ ਤੁਹਾਨੂੰ ਪ੍ਰੋਸੈਸ ਦੱਸ ਰਿਹਾ, ਜੇ ਤੁਸੀਂ ਡਾਇਰੈਕਟ ਗਵਰਨਮੈਂਟ ਦੇ ਕੋਲ ਜਾਂਦੇ ਹੋ, ਜੇ ਤੁਹਾਡੀ ਆਲਰੇਡੀ ਕੰਪਨੀ ਹੈਗੀ ਹੈ, $0 ਦਾ ਖਰਚਾ ਹੈ ਕਿ ਤੁਹਾਡਾ ਐਕਸਪੋਰਟ ਇੰਪੋਰਟ ਅਕਾਊਂਟ ਜਿਹੜਾ ਹੈ ਉਹ ਤੁਹਾਨੂੰ CRA ਵੱਲੋਂ ਜਿਹੜਾ ਮਿਲ ਜਾਏਗਾ। ਇੱਕ ਫੋਨ ਕਾਲ ਹੈ ਜਿਹੜੀ ਤੁਸੀਂ ਕਰਨੀ, ਉਹ ਸਿਰਫ ਵੇਟਿੰਗ ਟਾਈਮ ਹੀ ਹੁੰਦਾ, ਦੈਟਸ ਇਟ। ਫੋਨ ਤੇ ਤੁਹਾਨੂੰ ਸਿਰਫ 10 ਮਿੰਟ ਲੱਗਦੇ, ਤੁਹਾਡਾ ਅਕਾਊਂਟ ਉਹ ਐਕਟੀਵੇਟ ਕਰ ਦਿੰਦੇ ਆ, ਕੋਈ ਪੈਸੇ ਨਹੀਂ ਇਸ ਚੀਜ਼ ਦੇ। ਕੀ ਇਹ ਸਾਰੀਆਂ ਚੀਜ਼ਾਂ ਇੰਡੀਆ ਵਿੱਚ ਆਉਣਗੀਆਂ ਜਾਂ ਇਹ ਕਦੀ ਹੋਈਆਂ ਇੱਦਾਂ ਦੀਆਂ? ਜੇ ਤੁਸੀਂ ਇੱਕ ਕਾਨੂੰਨ ਲੈ ਕੇ ਆਉਣ ਦੀ ਕੋਸ਼ਿਸ਼ ਕਰ ਰਹੇ ਹੋ ਤੇ ਉਹਨਾਂ ਨੂੰ ਤੁਸੀਂ ਮੱਥੇ ਮੜਦੇ ਪਏ ਹੋ ਕਿ ਹਾਂ ਇਹ ਚੀਜ਼ ਕਿਸਾਨਾਂ ਵਾਸਤੇ ਬਹੁਤ ਵਧੀਆ ਹੈ, ਤੇ ਜਦ ਕਿ ਇਸ ਚੀਜ਼ ਨੂੰ ਤੁਸੀਂ ਇੱਕ ਓਪਨ ਮਾਰਕੀਟ ਦੇ ਤੌਰ ਤੇ ਪ੍ਰਮੋਟ ਕਰਨ ਦੀ ਕੋਸ਼ਿਸ਼ ਕਰ ਰਹੇ ਹੋ। ਓਪਨ ਮਾਰਕੀਟ ਤਾਂ ਹੁੰਦੀ ਹੈ ਜੇ ਤੁਸੀਂ ਬੈਂਕਿੰਗ ਵੀ ਲੈ ਕੇ ਆਓ, 2.5% ਤੇ ਤੁਸੀਂ ਰੇਟ ਆਫ ਇੰਟਰਸਟ ਤੇ ਤੁਸੀਂ ਲੋਨ ਵੀ ਲੈ ਕੇ ਆਓ, ਤੁਸੀਂ ਜਿਹੜੀਆਂ ਕਿ ਮਤਲਬ ਕਿ ਫੰਡਿੰਗ ਹੈ ਜਿਹੜੀ ਉਹ ਅਲੱਗ-ਅਲੱਗ ਏਜੰਸੀਜ਼ ਵੱਲੋਂ ਦਿੱਤੀ ਜਾਵੇ। ਤੇ ਜੇ ਤੁਸੀਂ ਬਾਹਰਲੀਆਂ ਹੋਰ ਵੀ ਵੱਡੀਆਂ ਕਾਰਪੋਰੇਸ਼ਨਸ ਹੈਗੀਆਂ, ਇੱਥੇ ਕਾਰਗਿਲ ਹੈਗੀ ਹੈ, ਬੁੰਗੀ ਹੈਗੀ ਹੈ, ADM ਹੈਗੀ ਹੈ, ਵੱਡੀਆਂ ਕੰਪਨੀਆਂ ਜਿਹੜੀਆਂ ਵਰਲਡ ਦੀਆਂ, ਉਹ ਕੈਨੇਡਾ ਦੇ ਵਿੱਚ ਹੈਗੀਆਂ, ਉਹ ਇੰਡੀਆ ਦੇ ਵਿੱਚ, ਕਿਉਂਕਿ ਇੰਡੀਆ ਤਾਂ ਜੀ ਐਗਰੀਕਲਚਰ ਦੇ ਵਿੱਚ ਮੰਨਿਆ ਪਰਮੰਨਿਆ, ਤੇ ਕੀ ਗੱਲ ਉੱਥੇ ਕਿਉਂ ਨਹੀਂ ਆ ਸਕਦੀਆਂ ਉਹ, ਜੇ ਤੁਸੀਂ ਓਪਨ ਮਾਰਕੀਟ ਹੀ ਕਰਨਾ ਚਾਹੁੰਦੇ ਹੋ ਨਾ। ਸੋ ਕੰਪੈਰੀਜ਼ਨ ਹੀ ਗਲਤ ਹੈ ਜੀ। ਇਹਦਾ ਜਿਹੜਾ ਕੰਪੈਰੀਜ਼ਨ ਹੈ ਉਹ ਬਿਲਕੁਲ ਗਲਤ ਹੈ ਅਮਰੀਕਾ ਨਾਲ ਕਰਨਾ, ਜਦੋਂ ਤੱਕ ਕਿ ਤੁਸੀਂ ਬਾਕੀ ਉਹਦੇ ਸਪੋਰਟਿੰਗ ਫੈਕਟਰਸ, ਆਰਗੇਨਾਈਜੇਸ਼ਨਸ, ਸਾਰਾ ਸਟਰਕਚਰ ਪੂਰੇ ਦਾ ਪੂਰਾ ਨਹੀਂ ਲੈ ਕੇ ਆਉਂਦੇ, ਤਾਂ ਤੁਸੀਂ ਇਸ ਚੀਜ਼ ਨੂੰ ਕੰਪੇਅਰ ਨਹੀਂ ਕਰ ਸਕਦੇ। ਅੱਛਾ, ਜੇ ਲੈ ਕੇ ਵੀ ਆਉਂਦੇ ਹੋ ਤਾਂ ਉਹ ਚੀਜ਼ ਜਿਹੜੀ ਹੈ ਕੋਈ USA ਦੇ ਵਿੱਚ ਖਾਸ ਸਕਸੈਸਫੁਲ ਨਹੀਂ ਰਹੀ ਹੈ। USA ਦੇ ਵਿੱਚ ਤਾਂ ਬਿਲੀਅਨਸ ਆਫ ਡਾਲਰਸ ਦੀ ਸਬਸਿਡੀ ਦੇਣੀ ਪੈ ਰਹੀ ਹੈ। ਫਿਰ ਜੇ ਇੰਨਾ ਹੀ ਸਕਸੈਸਫੁਲ ਹੈ ਤਾਂ ਫਿਰ ਉਹ ਸਬਸਿਡੀ ਕਿਉਂ ਦੇਣੀ ਪੈ ਰਹੀ ਹੈ ਉਹਨਾਂ ਨੂੰ? ਤੇ ਜਿਹੜੀ ਆਪਾਂ ਗੱਲ ਕਰਦੇ ਹਾਂ ਇਸ ਚੀਜ਼ ਨੂੰ ਆਪਾਂ ਕਿਸਾਨਾਂ ਦੇ, US ਦੇ ਵਿੱਚ ਤਾਂ ਫਿਰ ਵੀ ਇੱਕ ਥੋੜੀ ਬਹੁਤੀ ਫਾਰਮਲ ਐਜੂਕੇਸ਼ਨ ਜਿਹੜੀ ਹੈ ਉਹ ਕਿਤੇ ਨਾ ਕਿਤੇ ਹੁੰਦੀ ਹੈ, ਜਾਂ ਉਹਦੇ ਤੁਹਾਨੂੰ ਫ੍ਰੀ ਦੇ ਵਿੱਚ ਮਿਲ ਸਕਦੀ ਹੈ, ਤੁਸੀਂ ਤੁਹਾਨੂੰ ਅਵੇਲੇਬਲ ਹੁੰਦੀ ਹੈ, ਤੁਸੀਂ ਲੈ ਸਕਦੇ ਹੋ। ਕਿਸਾਨਾਂ ਨੂੰ ਇੱਕ 25 ਪੇਜ ਦਾ ਐਗਰੀਮੈਂਟ ਕਿੱਦਾਂ ਸਾਈਨ ਕਰਨਾ, ਉਹਦੀ ਕੀ ਆਰਬਿਟ੍ਰੇਸ਼ਨ ਹੋਏਗੀ, ਕੀ ਲਿਟੀਗੇਸ਼ਨ ਹੋਏਗੀ, ਉਹਦੇ ਕੀ ਕੌਨਸੀਕੁਐਂਸਿਸ ਹੋਣਗੇ, ਕੱਲ ਨੂੰ ਉਹਦਾ ਝਾੜ ਘੱਟ ਆਉਂਦਾ ਫਸਲ ਦਾ, ਕੋਈ MOQ ਮਿਨੀਮਮ ਆਰਡਰ ਕੁਆਂਟੀਟੀ ਹੋਏਗੀ ਨਹੀਂ ਹੋਏਗੀ, ਇਹ ਕਿਸਾਨਾਂ ਨੂੰ ਕਿੱਥੋਂ ਪਤਾ ਲੱਗੇਗਾ ਜੀ? ਸੋ ਇਸ ਕਰਕੇ ਜੀ ਆਪਾਂ ਪ੍ਰਭ ਸਿਮਰ ਜੀ ਪਹਿਲਾਂ ਚਰਚਾ ਕਰਦੇ ਹਾਂ MSP ਦੀ, ਕਿਉਂਕਿ MSP ਇੱਕ ਬਹੁਤ ਅਹਿਮ ਮੁੱਦਾ ਬਣਿਆ। ਤੁਸੀਂ ਹਾਲਾਂਕਿ ਜ਼ਿਕਰ ਥੋੜਾ ਜਿਹਾ ਕੀਤਾ, ਮੈਂ ਚਾਹੁੰਦਾ ਕਿ ਵਿਸਥਾਰ ਨਾਲ ਸਮਝਾਓ। ਜਿਵੇਂ ਤੁਸੀਂ ਕਿਹਾ ਕਿ ਤੁਸੀਂ ਇੰਟਰਨੈਟ ਤੇ ਜਾ ਕੇ ਪ੍ਰਾਈਸ ਦੇਖ ਸਕਦੇ ਹੋ, ਤੇ ਇਹਦੇ ਵਿੱਚ ਕੀ ਇਹ ਫਿਰ ਐਗਰੀਕਲਚਰ ਦੇ ਜਿਹੜਾ ਐਗਰੀਮੈਂਟ ਦੇ ਅਧੀਨ ਜਿਹੜੀ ਖੇਤੀ ਹੁੰਦੀ ਹੈ ਉਹਦੇ 'ਚ ਹੁੰਦਾ ਫਿਰ, ਜਾਂ ਫਿਰ ਕਿਸਾਨ ਇਹ ਦੇਖ ਸਕਦੇ ਆ ਵੀ ਆਹ ਕੰਪਨੀਆਂ ਇਸ ਪ੍ਰੋਡਕਟ ਦਾ ਇੰਨਾ ਰੇਟ ਦੇ ਰਹੀਆਂ ਨੇ ਤੇ ਅਸੀਂ ਇਹ ਫਸਲ ਉਗਾ ਲੈਂਦੇ ਆ ਤੇ ਉੱਥੇ ਜਾ ਕੇ ਵੇਚ ਦੇਵਾਂਗੇ, ਜਾਂ ਫਿਰ ਇਹ ਜਿਹੜੇ ਰੇਟ ਹੈ ਐਗਰੀਮੈਂਟ ਦੇ ਵਿੱਚ ਸੈੱਟ ਕੀਤੇ ਜਾਂਦੇ ਆ? ਬਿਲਕੁਲ ਐਗਰੀਮੈਂਟ ਦੇ ਵਿੱਚ ਸੈੱਟ ਕੀਤੇ ਜਾਂਦੇ ਆ। ਇਹ ਇੱਕ ਨਾ, ਜਿਵੇਂ ਕਿ MSP ਕੀ ਚੀਜ਼ ਹੈ, ਮਿਨੀਮਮ ਸਪੋਰਟ ਪ੍ਰਾਈਸ, ਕਿ ਇਸ ਤੋਂ ਇੱਕ ਸੀਲਿੰਗ ਹੈ, ਬਸ ਇੱਕ ਬੇਸ ਹੈ ਕਿ ਇਸ ਤੋਂ ਥੱਲੇ ਪ੍ਰਾਈਸ ਨਹੀਂ ਜਾਏਗਾ। ਹਾਲਾਂਕਿ ਜੇ ਆਪਾਂ MSP ਦੀ ਥੋੜੀ ਜਿਹੀ ਗੱਲ ਕਰੀਏ ਇੰਡੀਆ ਦੇ ਵਿੱਚ, ਤਾਂ ਕੋਈ ਉਹਨੂੰ ਜੇ ਤੁਸੀਂ ਡਾਲਰ ਦੇ ਵਿੱਚ ਕਨਵਰਟ ਕਰਕੇ ਦੇਖੋ ਨਾ, ਐਵਰੇਜ ਜ਼ਿਆਦਾਤਰ ਗ੍ਰੇਨਸ ਦੀ, ਤਾਂ 10 to 15 US ਡਾਲਰ ਜਿਹੜਾ ਹੈ ਉਹ ਪਰ 100 ਕਿਲੋ ਬਣਦੀ ਹੈ। ਸੋ ਜਿਨ੍ਹਾਂ ਨੂੰ 100 ਆਪਾਂ ਪਾਊਂਡਸ ਦੇ ਵਿੱਚ ਕਨਵਰਟ ਕਰਕੇ ਦੱਸੀਏ ਤਾਂ 220.4 ਪਾਊਂਡ ਬਣਦਾ। 1 ਕਿਲੋ ਇਜ਼ ਇਕੁਅਲ ਟੂ 2.20462 ਪਾਊਂਡਸ, ਹੈ ਨਾ। ਦੇ ਜੇ ਨੂੰ ਤੁਸੀਂ ਪਰ ਮੈਟ੍ਰਿਕ ਟਨ, ਜਿਹਨੂੰ ਆਪਾਂ ਪੰਜਾਬੀ ਸੌਖੇ ਲਫ਼ਜ਼ਾਂ 'ਚ ਟਨ ਕਹਿ ਦਿੰਦੇ ਹਾਂ, ਹੈ ਨਾ, ਜੇ ਉਹਦੇ ਵਿੱਚ ਕਰਕੇ ਦੇਖਿਆ ਜਾਵੇ ਤਾਂ 100 ਤੋਂ $150 ਬਣਿਆ, ਹੈ ਨਾ ਇਹ, ਕਿਉਂਕਿ ਆਪਾਂ ਜੇ ਐਵਰੇਜ ਦੀ ਗੱਲ ਕਰੀਏ।
ਸੋ ਜੇ ਤੁਸੀਂ ਇਹ ਪ੍ਰਾਈਸਿਸ ਨੂੰ, ਇਹ ਇੱਕ MSP ਦਾ ਪ੍ਰਾਈਸ ਹੈ, MSP ਹੋਣ ਦੇ ਬਾਵਜੂਦ ਵੀ ਜੀ ਇਹ MSP ਕਿਸੇ ਨੂੰ ਮਿਲਦੀ ਨਹੀਂ ਹੈ, ਇਹ ਤਾਂ ਖੈਰ ਆਪਾਂ ਇਸ ਤੋਂ ਵੀ ਬਹੁਤ ਥੱਲੇ ਉਹਨਾਂ ਨੂੰ ਪ੍ਰਾਈਸ ਮਿਲਦਾ ਹੈ। ਜੇ ਇਸੇ ਚੀਜ਼ ਨੂੰ ਡਾਇਰੈਕਟ ਐਪਲ ਟੂ ਐਪਲ ਕੰਪੈਰੀਜ਼ਨ ਆਪਾਂ ਕੈਨੇਡਾ ਨਾਲ ਅਮਰੀਕਾ ਨਾਲ ਕੀਤਾ ਜਾਵੇ, ਜਿਹੜੀਆਂ ਕਿ ਆਨਲਾਈਨ, ਮੈਂ ਤੁਹਾਨੂੰ ਸੀਬੋਟ ਦੀ ਗੱਲ ਕੀਤੀ ਹੈ, CME ਦੀ ਗੱਲ ਕੀਤੀ ਹੈ, FCC ਦੀ ਗੱਲ ਕੀਤੀ ਹੈ, ਜਿੱਥੇ ਸਾਰੇ ਪ੍ਰਾਈਸਿਸ ਜਿਹੜੇ ਪਾਏ ਹੋਏ ਆ, ਇਹ ਓਪਨ ਟੂ ਐਵਰੀਵਨ ਹੈ, ਸਾਰੇ ਉੱਥੇ ਜਾ ਕੇ ਦੇਖ ਸਕਦੇ ਆ, ਉਹਨਾਂ ਨੂੰ ਕੋਈ ਕਿਸੇ ਤਰ੍ਹਾਂ ਦਾ ਭੁਲੇਖਾ ਨਹੀਂ ਰਹਿ ਸਕਦਾ। ਫਿਰ ਉਸ ਤੋਂ ਬਾਅਦ ਕਿਸੇ ਨੂੰ ਕੋਈ ਵੇਟ ਟਿਕਟ ਦਾ ਚਾਰਜ ਨਹੀਂ ਲਾਉਂਦੇ, ਕਿਸੇ ਨੂੰ ਕੋਈ ਫਾਲਤੂ ਦੀ ਲੋਡਿੰਗ ਅਨਲੋਡਿੰਗ ਦਾ ਨਹੀਂ ਹੁੰਦਾ। ਯੈਸ, ਕੁਆਲਿਟੀ ਦਾ ਬਹੁਤ ਜ਼ਰੂਰੀ ਹੁੰਦਾ ਵੀ ਕੁਆਲਿਟੀ ਜਿਹੜੀ ਆ ਉਹ ਐਵੇਂ ਦੀ ਹੋਣੀ ਚਾਹੀਦੀ ਹੈ, ਪਰ ਉਹਦੇ ਅਗੇਂਸਟ ਉਹਨਾਂ ਨੂੰ ਫਿਰ ਪ੍ਰੋਪਰ ਇੰਸ਼ੋਰੈਂਸ ਜਿਹੜੀ ਆ ਉਹ ਵੀ ਹੁੰਦੀ ਹੈ, ਕੁਆਲਿਟੀ ਇੰਸ਼ੋਰੈਂਸ ਅਲੱਗ ਹੁੰਦੀ ਹੈ। ਬਹੁਤ ਜਿਹੜਾ ਕੰਟਰੈਕਟ ਆ ਉਹਦੀ ਵੀ ਨੌਲੇਜ ਕਿਸਾਨਾਂ ਨੂੰ ਜਿਹੜੀ ਆ ਉਹ ਦਿੱਤੀ ਜਾਂਦੀ ਹੈ। ਹੁਣ ਤੁਸੀਂ MSP ਦੀ ਜਿਹੜੀ ਇੰਡੀਆ ਦੀ ਗੱਲ ਕਰ ਰਹੇ ਹੋ ਨਾ, ਜੇ MSP ਨੂੰ ਆਪਾਂ ਉਹਦਾ ਸਹੀ ਵਰਜ਼ਨ ਜੇ ਲੈ ਕੇ ਆਉਂਦਾ ਜਾਵੇ, ਜੇ ਆਪਾਂ ਇਸ ਚੀਜ਼ ਨੂੰ ਆਨਲਾਈਨ ਮਾਰਕੀਟਸ ਦੇ ਰੂਪ ਦੇ ਵਿੱਚ ਲੈ ਕੇ ਆਉਂਦਾ ਜਾਵੇ, ਜਿੱਥੇ ਹਰ ਕੋਈ ਜਿਹੜਾ ਉਹ ਰੇਟ ਦੇਖ ਸਕਦਾ, ਫਿਰ ਕਿਸੇ ਨੂੰ ਕਿਉਂ ਕੋਈ ਪ੍ਰੋਬਲਮ ਹੋਏਗੀ? ਫਿਰ ਕਿਸੇ ਨੂੰ ਵੀ ਪ੍ਰੋਬਲਮ ਨਹੀਂ ਹੋਏਗੀ। ਫਿਰ ਜਿਹੜੀਆਂ ਕੰਪਨੀਆਂ ਕੋਈ ਵੀ ਆਉਣਗੀਆਂ ਉਹਨਾਂ ਨੂੰ ਉਹ ਚੀਜ਼ ਫੋਲੋ ਕਰਨੀ ਪਏਗੀ। ਜ਼ਰੂਰੀ ਨਹੀਂ ਹੈ ਕਿ ਜੀ ਆਪਾਂ ਸਿਰਫ ਐਗਰੀਕਲਚਰ, ਤਾਂ ਆਪਾਂ ਚਲੋ ਐਗਰੀਕਲਚਰ ਦੇ ਮੁੱਦੇ ਤੇ ਅੱਜ ਆਪਾਂ ਗੱਲ ਕਰ ਰਹੇ ਹਾਂ, ਹਰ ਇੱਕ ਚੀਜ਼ ਦਾ ਆਨਲਾਈਨ ਜਿਹੜਾ ਹੈ ਉਹ ਆਲਰੇਡੀ ਇੰਡੀਆ ਦੇ ਵਿੱਚ ਵੀ ਮੌਜੂਦ ਹੈ, ਤੇ ਫਿਰ ਐਗਰੀਕਲਚਰ ਦਾ ਕਿਉਂ ਨਹੀਂ ਹੋ ਸਕਦਾ? ਉਹਨੂੰ ਕਿਉਂ ਨਹੀਂ ਫੋਲੋ ਕੀਤਾ ਜਾ ਸਕਦਾ? ਜੀ ਜੀ ਬਿਲਕੁਲ। ਔਰ ਇੱਥੇ ਜੇਕਰ ਆਪਾਂ ਕੈਨੇਡਾ ਦੀ ਗੱਲ ਕਰੀਏ, ਕਿਉਂਕਿ ਇੱਥੇ ਦੀ ਜੇ ਆਪਾਂ ਖੇਤੀ ਸੈਕਟਰ ਦੀ ਗੱਲ ਕਰੀਏ ਤਾਂ ਕਿਸ ਤਰ੍ਹਾਂ ਦੇ ਕਾਨੂੰਨ ਨੇ, ਕਿਉਂਕਿ ਇਸ ਵਕਤ ਜਿਹੜੇ ਉੱਥੇ ਕਾਨੂੰਨ ਲਾਗੂ ਹੋ ਰਿਹਾ ਉਹਦੇ ਵਿੱਚ ਇਸ ਤਰ੍ਹਾਂ ਦੀਆਂ ਗੱਲਾਂ ਲਿਖੀਆਂ ਗਈਆਂ ਨੇ ਕਿ ਜਦੋਂ ਫਸਲ ਤੁਹਾਡੀ ਤਿਆਰ ਹੋ ਗਈ ਉਦੋਂ ਬਾਅਦ ਫਿਰ ਜਿਹੜਾ ਖਰੀਦਦਾਰ ਆ, ਭਾਵ ਕਿ ਜਿਹੜੀ ਕੰਪਨੀ ਨਾਲ ਤੁਹਾਡਾ ਕੰਟਰੈਕਟ ਹੋਇਆ, ਉਹ ਆ ਕੇ ਦੇਖਣਗੇ ਫਸਲ, ਜੇ ਉਹਨਾਂ ਨੂੰ ਪਸੰਦ ਆਈ, ਜੇ ਮਨਜ਼ੂਰ ਆ, ਫਿਰ ਉਹ ਤੁਹਾਨੂੰ ਕਹਿਣਗੇ ਹਾਂਜੀ ਵੱਢ ਲਓ, ਅਸੀਂ ਖਰੀਦ ਲਾਂਗੇ, ਨਹੀਂ ਤਾਂ ਉਹ ਨਾ ਮਨਜ਼ੂਰ ਵੀ ਕਰ ਸਕਦੇ ਆ। ਉਸ ਤੋਂ ਬਾਅਦ ਜਿਹੜਾ ਵਾ ਜੇਕਰ ਉਹ ਫਸਲ ਦੇ ਦੌਰਾਨ ਉਹ ਤੁਹਾਨੂੰ ਸੁਪਰਵਾਈਜ਼ ਵੀ ਕਰ ਸਕਦੇ, ਉਹਦੇ ਵਿੱਚ ਇਹ ਵੀ ਹੈ ਕਿ ਕੰਪਨੀ ਤੁਹਾਨੂੰ ਸੁਪਰਵਾਈਜ਼ ਕਰ ਸਕਦੀ ਆ ਤੇ ਉਹ ਤੁਹਾਨੂੰ ਸਲਾਹ ਵੀ ਦੇ ਸਕਦੀ ਆ। ਇਹਦਾ ਮਤਲਬ ਇਹ ਹੈ ਕਿ ਕਿਸਾਨ ਇਸ ਗੱਲ ਤੋਂ ਡਰੇ ਹੋਏ ਵੀ ਸਾਡਾ ਤਾਂ ਪੂਰਾ ਅਧਿਕਾਰ ਜਿਹੜਾ ਸਾਡੀ ਜ਼ਮੀਨ ਤੋਂ ਖਤਮ ਹੋ ਜਾਊਗਾ, ਉਹ ਸਾਨੂੰ ਦੱਸਣਗੇ ਕਿ ਅਸੀਂ ਖੇਤੀ ਕਿਵੇਂ ਕਰਨੀ ਆ। ਸੋ ਜਦੋਂ ਕੈਨੇਡਾ ਦੇ ਵਿੱਚ ਐਗਰੀਮੈਂਟ ਜਿਹੜੀ ਐਗਰੀਕਲਚਰ ਹੁੰਦੀ ਆ, ਕਿ ਇੱਥੇ ਵੀ ਕੋਈ ਇਸ ਤਰ੍ਹਾਂ ਦੇ ਕਾਨੂੰਨ ਹੈਗੇ ਆ? ਦੇਖੋ ਜੀ, ਸਭ ਤੋਂ ਜ਼ਰੂਰੀ ਜਿਹੜੀ ਗੱਲ ਹੁੰਦੀ ਹੈ ਨਾ, ਜਦੋਂ ਕਿਸੇ ਵੀ ਦੋ ਪਾਰਟੀਆਂ ਦੇ ਵਿੱਚ ਕੰਟਰੈਕਟ ਹੁੰਦਾ, ਚਾਹੇ ਉਹਨੂੰ ਆਪਾਂ ਕੰਟਰੈਕਟ ਫਾਰਮਿੰਗ ਦੀ ਗੱਲ ਕਰੀਏ ਜਾਂ ਜਿਵੇਂ ਹੁਣ ਇੰਡੀਆ ਦੇ ਵਿੱਚ ਕੰਟਰੈਕਟ ਫਾਰਮਿੰਗ ਦੀ ਗੱਲ ਚੱਲ ਰਹੀ ਹੈ, ਤੇ ਉਹਨੂੰ ਇਸ ਤਰੀਕੇ ਨਾਲ ਪ੍ਰਮੋਟ ਕੀਤਾ ਜਾਂਦਾ ਹੈ ਕਿ ਯਾਰ ਕੰਟਰੈਕਟ ਫਾਰਮਿੰਗ ਮਾੜੀ ਕਿੱਦਾਂ ਹੋ ਸਕਦੀ ਹੈ? ਅਸੀਂ ਤਾਂ ਤੁਹਾਡੀ ਫਸਲ ਲੈਣੀ ਹੈ, ਅਸੀਂ ਤੁਹਾਡੇ ਕੋਲ ਲੈਂਡ ਥੋੜੀ ਲੈਣੀ ਹੈ, ਤੇ ਅਸੀਂ ਤਾਂ ਤੁਹਾਡੇ ਕੋਲ ਫਸਲ ਲੈ ਰਹੇ ਹਾਂ, ਇਹ ਮਾੜੀ ਕਿੱਦਾਂ ਹੋ ਸਕਦੀ ਹੈ? ਸੋ ਕੈਨੇਡਾ ਦੇ ਨਾਲ ਜੇ ਡਾਇਰੈਕਟ ਕੰਪੇਅਰ ਕਰਕੇ ਦਿੱਤਾ ਜਾਵੇ ਨਾ, ਇਹ ਸਾਰਾ ਇਹਦਾ ਜਿਹੜਾ ਦਾਰੋਮਦਾਰ ਹੈ ਉਹ ਆ ਜਾਂਦਾ ਕੰਟਰੈਕਟ ਤੇ, ਕਿ ਕੰਟਰੈਕਟ ਕਿੱਦਾਂ ਦਾ, ਕੰਟਰੈਕਟ ਦੀ ਆਰਬਿਟ੍ਰੇਸ਼ਨ ਕੀ ਹੈ, ਉਹਦੀ ਲਿਟੀਗੇਸ਼ਨ ਪੋਸੀਬਲ ਹੈਗੀ ਹੈ ਕਿ ਨਹੀਂ ਹੈਗੀ। ਹੁਣ ਇੰਡੀਆ ਦੇ ਵਿੱਚ ਜਿਹੜਾ ਰੂਲ ਇਹਨਾਂ ਨੇ ਲੈ ਕੇ ਆਉਂਦਾ, ਉਹਦੇ ਤੇ ਜੀ ਦੇਖੋ, ਉਹਨਾਂ ਨੇ ਸਿੱਧਾ ਇਹ ਕਿਹਾ ਕਿ ਜਿਹੜਾ ਵੀ ਕੰਟਰੈਕਟ ਫਾਰਮਿੰਗ ਦੇ ਤਹਿਤ ਜਿਹੜਾ ਕੰਟਰੈਕਟ ਹੋਏਗਾ, ਇੱਕ ਸੇਲ ਪਰਚੇਜ਼ ਐਗਰੀਮੈਂਟ SPA ਜਿਹੜਾ ਹੋਏਗਾ, ਉਹਦੇ ਤੇ ਜ਼ਰੂਰ ਉਹਦੇ ਵਿੱਚ ਇੱਕ MOQ ਹੋਏਗੀ, ਮਿਨੀਮਮ ਆਰਡਰ ਕੁਆਂਟੀਟੀ ਹੋਏਗੀ, ਉਹਦੇ ਤੇ ਕੁਝ ਕਲੌਜ਼ ਇਦਾਂ ਦੇ ਹੋਣਗੇ ਜਿਹੜੇ ਕੁਆਲਿਟੀ ਨਾਲ ਰਿਲੇਟਡ ਹੋਣਗੇ, ਕੁਆਂਟੀਟੀ ਨਾਲ ਰਿਲੇਟਡ ਹੋਣਗੇ। ਫਾਰਮਰਸ ਨੂੰ ਇਹਦੇ ਬਾਰੇ ਕੁਝ ਨਹੀਂ ਪਤਾ, ਇਹਦੇ ਬਾਰੇ ਕੋਈ ਫਾਰਮਲ ਐਜੂਕੇਸ਼ਨ ਜਿਹੜੀ ਆ ਫਾਰਮਰਸ ਨੂੰ ਨਾ ਦਿੱਤੀ ਜਾਏਗੀ, ਨਾ ਉਹਨਾਂ ਨੂੰ ਸਮਝ ਆਉਣੀ ਹੈ। ਠੀਕ ਹੈ ਜੀ। ਦੂਜੀ ਗੱਲ, ਜਿਹੜੀ ਕੈਨੇਡਾ ਦੇ ਵਿੱਚ ਜਿਹੜਾ ਇਹ ਕੰਟਰੈਕਟਸ ਇਦਾਂ ਦੇ ਲਾਗੂ ਹੁੰਦੇ ਆ ਨਾ, ਉਹਦੀ ਤੁਹਾਡੇ ਕੋਲ ਆਪਸ਼ਨ ਹੁੰਦੀ ਹੈ ਕਿ ਤੁਸੀਂ ਕੀ ਆਰਬਿਟ੍ਰੇਸ਼ਨ ਲੈਣੀ, ਜਿੱਦਾਂ ਦੇ ਮਰਜ਼ੀ ਤੁਸੀਂ ਕੰਟਰੈਕਟ ਕਰ ਸਕਦੇ ਹੋ। ਜੇ ਤੁਸੀਂ ਐਕਸਪੋਰਟਰ ਹੋ, ਫਰਜ਼ ਕਰੋ, ਤਾਂ ਤੁਸੀਂ ਕੰਟਰੈਕਟ ਕਰਨਾ, ਤੁਸੀਂ ICC ਦਾ ਐਗਰੀਮੈਂਟ ਸਾਈਨ ਕਰ ਸਕਦੇ ਹੋ, ਇੰਟਰਨੈਸ਼ਨਲ ਚੈਂਬਰਸ ਆਫ ਕਾਮਰਸ ਦਾ ਐਗਰੀਮੈਂਟ ਸਾਈਨ ਕਰ ਸਕਦੇ ਹੋ। ਉਹਦੀ ਜਿਹੜੀ ਆਰਬਿਟ੍ਰੇਸ਼ਨ ਹੈ, ਆਰਬਿਟ੍ਰੇਸ਼ਨ ਹੁੰਦੀ ਹੈ ਕਿ ਜਿਹੜਾ ਮੀਡੀਏਟਰ ਹੁੰਦਾ, ਜਿਵੇਂ ਕਿ ਇੰਡੀਆ ਦੇ ਵਿੱਚ ਇਸ ਚੀਜ਼ ਨੂੰ SDM ਦੇ ਹਵਾਲੇ ਕੀਤਾ ਜਾ ਰਿਹਾ ਹੈ। ਹੁਣ ਇਹ ਚੀਜ਼ ਦੱਸੀ ਜਾਵੇ ਕਿ SDM ਨੂੰ ਕੰਟਰੈਕਟ ਫਾਰਮਿੰਗ ਬਾਰੇ ਨੌਲੇਜ ਹੋਏਗੀ, ਕੀ SDM ਨੂੰ ਇਨਕੋਟਰਮਸ ਬਾਰੇ ਪਤਾ ਹੋਏਗਾ, ਕੀ SDM ਨੂੰ ਫੋਰਸ ਮੈਜੋਰ ਦਾ ਕਲੌਜ਼ ਪਤਾ ਹੋਏਗਾ, ਕੀ SDM ਨੂੰ ਕੁਆਲਿਟੀ ਕੀ ਹੈ, MOQ ਕੀ ਹੈ, ਕੀ ਉਹਨੂੰ ਉਹਦੀ ਨੌਲੇਜ ਹੋਏਗੀ। ਤਾਂ ਜੇ ਨਹੀਂ ਹੋਏਗੀ ਤਾਂ ਫਿਰ ਉਹ ਅੱਗੇ ਕਿਹੜੀ ਰੂਲ ਬੁੱਕ ਫੋਲੋ ਕਰੇਗਾ? ਜਿਹੜਾ SDM ਵੀ ਹੈ, ਜਿਹੜਾ DC ਵੀ, ਉਹ ਕਿਹੜੀ ਰੂਲ ਬੁੱਕ ਫੋਲੋ ਕਰੇਗਾ? ਤੇ ਇਹ ਚੀਜ਼ ਨੂੰ ਤੁਸੀਂ ਕੋਰਟਸ ਤੋਂ ਤੁਸੀਂ ਪਰੇ ਲੈ ਕੇ ਜਾ ਰਹੇ ਹੋ, ਤੇ ਕੈਨੇਡਾ ਦਾ ਜੇ ਤੁਸੀਂ ਰੂਲ ਫੋਲੋ ਕਰਦੇ ਹੋ, ਤੁਸੀਂ ਕੋਰਟਸ 'ਚ ਵੀ ਜਾ ਸਕਦੇ ਹੋ। ਇੱਕ ਕਾਰਪੋਰੇਸ਼ਨ ਹੈ, ਉਹ ਤੁਸੀਂ ਕਿਸੇ ਨੂੰ ਜੇ ਤੁਸੀਂ ਸੂ ਕਰਨਾ ਹੈ, ਬਹੁਤ ਸਾਰੇ ਉਹਦਾ ਤਰ੍ਹਾਂ ਦੇ ਤਰੀਕੇ ਆ ਤੁਹਾਡੇ ਕੋਲ ਜੀ। ਜੇ ਤੁਸੀਂ ਐਗਰੀਕਲਚਰ ਫਾਰਮਰ ਹੋ, ਜਾਂ ਜੇ ਤੁਸੀਂ ਟ੍ਰੇਡਿੰਗ ਕੰਪਨੀ ਹੋ, ਜੇ ਤੁਸੀਂ ਮਤਲਬ ਕਿ ਚਾਹੇ ਛੋਟੇ ਫਾਰਮਰ ਹੋ ਚਾਹੇ ਵੱਡੇ ਫਾਰਮਰ ਹੋ, ਇਹ ਚੀਜ਼ ਹਰ ਕਿਸੇ ਵਾਸਤੇ ਐਕਸੈਸਿਬਲ ਹੁੰਦੀ ਹੈ। ਇਹ ਜ਼ਰੂਰੀ ਹੈ, ਹੋਣੀ ਵੀ ਚਾਹੀਦੀ ਹੈ। ਤੇ ਜੇ ਤੁਸੀਂ ਇਹੀ ਚੀਜ਼ ਇੰਡੀਆ ਨੂੰ ਕੰਪੇਅਰ ਕਰਕੇ ਦੇਖੋ, ਇੰਡੀਆ ਦੇ ਮਤਲਬ ਇੱਕ ਆਮ ਜਿਹੜਾ ਇੱਕ ਇਨਸਾਨ ਹੈ, ਇੱਕ ਛੋਟਾ ਇਨਸਾਨ, ਜਿਹੜਾ ਛੋਟਾ ਫਾਰਮਰ ਜਿਹਦੇ ਕੋਲ 5-7-10 ਕਿੱਲੇ ਹੈ, ਉਹਦੀ ਕਿੰਨੀ ਕੁ ਜਿਹੜੀ ਪਹੁੰਚ ਹੈ, ਜਿਹਦੇ ਕੋਲ 2 ਕਿੱਲੇ ਤੋਂ ਵੀ ਘੱਟ ਹੈ, ਉਹਦੀ ਕਿੰਨੀ ਕੁ ਪਹੁੰਚ SDM ਤੱਕ, ਮੈਨੂੰ ਦੱਸੋ। ਤੇ ਜੇ ਉਹ ਚੀਜ਼ ਇਹ ਕੱਲ ਨੂੰ ਕਹਿੰਦੇ ਆ ਕਿ ਹਾਂ ਜੀ ਅਸੀਂ ਤਾਂ ਇਸ ਚੀਜ਼ ਨੂੰ ਨਾ ਇੱਕ ਅਲੱਗ ਕੋਰਟ ਸੈਟਅਪ ਕਰ ਦਾਂਗੇ। ਹੁਣ ਹਰ ਇੱਕ ਜਿਹੜੇ ਕੋਰਟਸ ਹੁੰਦੇ ਆ ਨਾ, ਉਹਨਾਂ ਦੇ ਅਲੱਗ-ਅਲੱਗ ਮਤਲਬ ਜਿਹੜੇ ਸਿਰਨਾਮੇ ਹੁੰਦੇ ਆ, ਵੀ ਜਿਵੇਂ CRA ਹੋ ਗਿਆ, ਕ੍ਰਿਮੀਨਲ ਪੀਸ ਹੋ ਗਿਆ, COMA ਹੋ ਗਿਆ, ਇੱਦਾਂ ਅਲੱਗ-ਅਲੱਗ ਤਰ੍ਹਾਂ ਦੇ ਉਹਦੇ ਸਿਰਨਾਮੇ ਹੁੰਦੇ ਆ। ਹੁਣ ਜੇ ਇਹ ਜਿਹੜਾ ਐਗਰੀਕਲਚਰ ਦਾ ਜਿਹੜਾ ਸਿਰਨਾਮਾ, ਪਹਿਲੀ ਗੱਲ ਤਾਂ ਜਿਹੜਾ ਬਿੱਲ ਇਹਨਾਂ ਨੇ ਪਾਸ ਕੀਤਾ ਜੀ, ਇਹ ਜਿਹੜਾ ਇੰਡਸਟਰੀ ਐਂਡ ਕਾਮਰਸ ਦੇ ਅੰਡਰ ਆਉਂਦਾ ਹੈ ਜੀ। ਇੰਡਸਟਰੀ ਐਂਡ ਦੇ ਅੰਡਰ ਆ ਕੇ ਇਹ ਜੇ ਤੁਸੀਂ ਇਹਨੂੰ ਐਸ ਸੱਚ ਕੋਰਟਸ ਦੇ ਵਿੱਚ ਸਿਸਟਮ ਦੇ ਵਿੱਚ ਲੈ ਕੇ ਜਾਵਾਂਗੇ, ਉਹਦਾ ਟਾਈਮ ਪੀਰੀਅਡ ਕੀ ਹੈ, ਉਹਦਾ ਜਿਹੜਾ ਇੱਕ ਟਾਈਮ ਲਾਈਨ ਜਿਹੜੀ ਹੈ ਉਹਦੀ ਕੀ ਹੋਏਗੀ,
ਕਿਸਾਨਾਂ ਕੋਲ ਇੰਨੇ ਪੈਸੇ ਹੈਗੇ ਆ ਕਿ ਉਹ ਕੋਰਟ ਕਚਹਿਰੀਆਂ 'ਚ ਜਾ ਕੇ ਤੇ ਇਸ ਚੀਜ਼ ਨੂੰ ਪੈਰਵਾਈ ਇਹਦੇ ਤੇ ਕਰ ਸਕਣਗੇ? ਇੰਨੇ ਵੱਡੇ ਵੱਡੇ ਉਹ ਵੀ ਜਿਹੜੇ ਕਈ ਸਾਲਾਂ ਲਾਇਰ, ਤੱਕ। ਇਹ ਤਾਂ ਜੀ ਉਹਨਾਂ ਕੋਲ ਤਾਂ ਆਪਣੇ ਇਨ ਹਾਊਸ ਲਾਇਰ ਹੋਣਗੇ, ਜਿਹੜੀਆਂ ਵੱਡੀਆਂ ਕੰਪਨੀਆਂ ਹੈ ਉਹਨਾਂ ਕੋਲ ਇਨ ਹਾਊਸ ਲੀਗਲ ਟੀਮਸ ਹੋਣਗੀਆਂ। ਕੀ ਇਹ ਚੀਜ਼ ਕਿਸਾਨਾਂ ਕੋਲ ਹੋਏਗੀ? ਤੇ ਤੁਸੀਂ ਇਹ ਫਰਜ਼ ਕਰੋ, ਦੇਖੋ ਅੱਜ ਜਿਹੜਾ ਆਪਣਾ, ਮੈਨੂੰ ਹੁਣ ਐਗਜ਼ੈਕਟਲੀ ਨਹੀਂ ਪਤਾ ਕਿੰਨਾ ਮਤਲਬ ਕਿ ਜਿਹੜੀ ਆਪਣਾ ਠੇਕਾ ਹੁੰਦਾ, ਮੈਨੂੰ ਤਾਂ 50-55 ਹਜ਼ਾਰ ਹੁੰਦਾ, ਕਿੰਨਾ ਹੁੰਦਾ ਜੀ ਵੱਖ-ਵੱਖ ਚੱਲਦਾ, ਕਈ ਥਾਵਾਂ ਤੇ 30 ਤੋਂ 40 ਹਜ਼ਾਰ ਹੈ, ਕਈ ਥਾਂ ਤੇ 50,000 ਤੋਂ ਉੱਪਰ ਚੱਲ ਗਿਆ ਜੀ ਵੱਖ-ਵੱਖ ਏਰੀਆ 'ਚ। ਮੈਕਸਿਮਮ 55 ਲੈ ਲਓ, ਜੀ 50-55 ਲੈ ਲਓ, ਠੀਕ ਹੈ ਜੀ। ਤੇ ਜੇ ਤੁਸੀਂ 50-55 ਦੀ ਗੱਲ ਕਰਦੇ ਹੋ, ਜਦੋਂ ਇਹ ਆਰਗੇਨਾਈਜੇਸ਼ਨਸ, ਇਹ ਜਥੇਬੰਦੀ, ਜਿਹੜੀਆਂ ਇਹ ਵੱਡੀਆਂ ਵੱਡੀਆਂ ਕੰਪਨੀਆਂ ਜਿਹੜੀਆਂ ਇਹ ਆਉਣਗੀਆਂ, ਇਹ ਕਹਿਣਗੀਆਂ ਜੀ ਅਸੀਂ ਤੁਹਾਨੂੰ 75,000 ਦਿੰਦੇ ਹਾਂ, ਅਸੀਂ ਤੁਹਾਨੂੰ 80,000 ਦਿੰਦੇ ਹਾਂ। 80,000 ਉਹਨਾਂ ਨੇ ਕਹਿ ਤਾ, ਤੇ ਜਿਹੜਾ ਕਿਸਾਨ ਉਹ ਤਾਂ ਖੁਸ਼ ਹੋ ਜਾਏਗਾ, ਉਹ ਕਹੇਗਾ ਠੀਕ ਹੈ ਜੀ, ਇਹ ਤਾਂ 80,000 ਦੇ ਰਹੇ ਹੈ ਤੇ ਇਹ ਤਾਂ 50 ਨਾਲੋਂ ਤੇ 55 ਨਾਲੋਂ ਬਹੁਤ ਜ਼ਿਆਦਾ ਵੱਧ ਹੈ, ਤੇ ਠੀਕ ਹੈ ਜੀ, ਸਾਨੂੰ ਤਾਂ, ਅਸੀਂ ਤਾਂ ਖੁਸ਼ ਹਾਂ। ਤੇ ਜਦੋਂ 80,000 ਤੇ ਉਹ ਕਰ ਲੈਣਗੇ, ਉਸ ਅੱਛਾ ਉਹਦੇ ਵਿੱਚ ਇੱਕ ਇਨਕਰੀਮੈਂਟ ਕਲੌਜ਼ ਵੀ ਹੋਏਗਾ ਕਿ ਈਅਰ ਓਵਰ ਈਅਰ ਉਹ 10% ਇੰਕਰੀਮੈਂਟ ਲਾ ਲਓ ਵੀ ਹੋਏਗਾ। ਸੋ 10% ਅਗਲੇ ਸਾਲ ਉਹਨਾਂ ਨੂੰ 88,000 ਮਿਲ ਗਿਆ। ਉਸ ਤੋਂ ਅਗਲੇ ਇੱਦਾਂ ਉਹਨਾਂ ਨੂੰ 2-3 ਸਾਲ ਜਦੋਂ ਮਿਲਿਆ, ਤੀਜੇ ਸਾਲ ਜੇ ਉਹਨਾਂ ਨੇ ਇਹ ਕਹਿਤਾ ਕਿ ਤੁਹਾਡੀ ਤਾਂ ਜੀ ਜਿਹੜੀ ਫਸਲ ਹੈ ਉਹ ਮਤਲਬ ਕੁਆਲਿਟੀ ਉਹਦੀ ਬਹੁਤ ਬੇਕਾਰ ਹੈ, ਅਸੀਂ ਤਾਂ ਚੁੱਕਦੇ ਨਹੀਂ, ਜਾਂ ਉਹਨਾਂ ਨੇ ਇਹ ਕਹਿਤਾ ਕਿ ਜਿਹੜਾ ਤੁਹਾਡੀ ਕੁਆਂਟੀਟੀ ਹੈ ਉਹ ਸਾਡੀ MOQ, ਅਸੀਂ ਕੰਟਰੈਕਟ ਦੇ ਵਿੱਚ ਤਾਂ ਅਸੀਂ ਇੰਨੀ ਲਿਖੀ ਤੇ ਤੁਹਾਡਾ ਝਾੜ ਘੱਟ ਹੋਇਆ ਹੈ, ਤੇ ਉਹਨਾਂ ਨੂੰ ਨਾ ਫੋਰਸ ਮੇਜਰ ਸਮਝ ਆ ਰਿਹਾ, ਨਾ ਉਹਨਾਂ ਨੂੰ ਇਹ ਸਮਝ ਆ ਰਿਹਾ ਵੀ ਝਾੜ ਘੱਟ ਹੋਇਆ ਤੇ ਉਹਦਾ ਕਿੱਥੇ ਕਲੌਜ਼ ਸੀਗਾ ਤੇ ਅਸੀਂ ਕੀ ਉਹਦੇ ਤੇ ਸਾਈਨ ਕਰਨਾ ਸੀ ਕਿ ਨਹੀਂ ਕਰਨਾ ਸੀ, ਤਾਂ ਉਹ ਫਸਲ ਹੀ ਨਾ ਚੱਕਣ ਜਾਂ ਉਹਦਾ ਰੇਟ ਹੀ ਉਹਨਾਂ ਨੂੰ ਪੈਨਲਟੀ ਪਾ ਦੇਣ ਜੀ। ਸਮਝਦੇ ਹੋ ਤੁਸੀਂ? ਕੰਟਰੈਕਟ ਦੇ ਤਹਿਤ ਉਹਦੇ ਤੇ ਪੈਨਲਟੀ ਕਲੌਜ਼ 101% ਹੋਏਗਾ। ਅਸੀਂ ਕੰਟਰੈਕਟਸ ਜਿਹੜੇ ਆ ਨਾ, ਅਸੀਂ ਡੇ ਇਨ ਡੇ ਆਊਟ, ਸਾਡਾ ਇਹੀ ਕੰਮ ਆ, ਅਸੀਂ ਕੰਟਰੈਕਟਸ ਜਿਹੜੇ ਆ ਓਵਰਲੁੱਕ ਕਰਦੇ ਹਾਂ। ਇੱਕ ਦਿਨ ਦੇ ਵਿੱਚ ਮੈਂ ਪਰਸਨਲੀ ਜਿਹੜੇ ਆ ਇੰਨੇ ਸਾਰੇ ਕੰਟਰੈਕਟ ਜਿਹੜੇ ਆ ਉਹ ਦੇਖਦਾ, ਉਹਨਾਂ ਕੋਈ ਕੰਟਰੈਕਟ ਇਦਾਂ ਦਾ ਨਹੀਂ ਹੁੰਦਾ ਜਿਹਦੇ 'ਚ ਪੈਨਲਟੀ ਨਾ ਹੋਵੇ। ਤੇ ਜੇ ਉਹਨਾਂ ਨੇ ਉਹ ਪੈਨਲਟੀ ਰੱਖੀ ਹੈ, ਇਹ ਕਿਸਾਨਾਂ ਨੂੰ ਕਿੱਥੋਂ ਸਮਝ ਆਏਗਾ ਜੀ? ਇਹਦੀ ਐਜੂਕੇਸ਼ਨ ਉਹਨਾਂ ਨੂੰ ਕੌਣ ਦੇਗਾ? ਤੁਸੀਂ ਕੰਪੇਅਰ ਤਾਂ ਮੁਲਕਾਂ ਨਾਲ ਕਰ ਰਹੇ ਹੋ, ਕੈਨੇਡਾ ਵਰਗਿਆਂ ਨਾਲ, ਜਾਂ ਇਹ ਆਪਾਂ ਚਾਹੇ MSP ਦੀ ਗੱਲ ਕਰੀਏ, ਚਾਹੇ ਕੰਟਰੈਕਟ ਫਾਰਮਿੰਗ ਦੀ ਗੱਲ ਕਰੀਏ, ਅਸਲ ਦੇ ਵਿੱਚ ਇਹਨੂੰ ਕੰਪੇਅਰ ਕਰਨਾ ਚਾਹੀਦਾ ਤੁਹਾਨੂੰ ਬਿਹਾਰ ਦੇ ਨਾਲ, ਜਿੱਥੇ ਆਲਰੇਡੀ ਇਹ ਲਾਗੂ ਕਰ ਚੁੱਕੇ ਹੈ। ਇੰਡੀਆ ਦਾ ਸਟਰਕਚਰ, ਇੰਡੀਆ ਦਾ ਲੀਗਲ ਸਿਸਟਮ, ਇੰਡੀਆ ਦਾ ਬੈਂਕਿੰਗ ਸਿਸਟਮ, ਇੰਡੀਆ ਦਾ ਸਾਰਾ ਸਟਰਕਚਰ ਜਿਹੜਾ ਉੱਥੇ ਆਲਰੇਡੀ ਮੌਜੂਦ ਹੈ। ਸੋ ਇਹਨੂੰ ਕੰਪੇਅਰ ਤੁਸੀਂ ਅਮਰੀਕਾ ਕੈਨੇਡਾ ਨਾਲ ਕਿਉਂ ਕਰ ਰਹੇ ਹੋ? ਇਹਨੂੰ ਤਾਂ ਤੁਸੀਂ ਕੰਪੇਅਰ ਜੇ ਕਰਨਾ ਹੀ ਚਾਹੁੰਦੇ ਹੋ ਤਾਂ ਇਹਨੂੰ ਤੁਸੀਂ ਬਿਹਾਰ ਨਾਲ ਕੰਪੇਅਰ ਕਰੋ, ਜਿੱਥੇ ਕਿ ਜਿਹੜੀ ਇੱਕ ਫਾਰਮਰ ਦੀ ਜਿਹੜੀ ਐਵਰੇਜ ਮੰਥਲੀ ਇਨਕਮ ਹੈ ਜਿਹੜੀ ਉਹ 3,000 ਦੱਸੀ ਜਾਂਦੀ ਹੈ, 3,000 ਰੁਪਇਆ, ਜਿਹੜੀ ਕਿ ਕੰਟਰੀ ਦੀ ਐਵਰੇਜ ਆ ਉਹ 6,000 ਹੈ, ਤੇ ਪੰਜਾਬ ਦੇ ਫਾਰਮਰ ਦੀ 18,000 ਹੈ। ਜੀ ਬਿਲਕੁਲ। ਅੱਛਾ, ਇੱਕ ਹੋਰ ਗੱਲ ਹੈ, ਕਿਉਂਕਿ ਜਦੋਂ ਆਪਾਂ ਖੇਤੀ ਕਰਦੇ ਹਾਂ, ਆਪਾਂ ਨੂੰ ਪਤਾ, ਆਪਾਂ ਖੇਤੀਆਂ ਜੁੜੇ ਹੋਏ ਹਾਂ, ਤਾਂ ਇਹ ਕੋਈ ਸ਼ੋਰਟੀ ਨਹੀਂ ਹੁੰਦੀ ਕਿ ਜਿਹੜਾ ਇਹ ਫਸਲ ਹੈ ਜੇ ਲਾਈ ਆ ਤਾਂ ਸਿਰੇ ਚੜ੍ਹ ਜਾਵੇ, ਕਿਉਂਕਿ ਕਈ ਵਾਰ ਬਹੁਤ ਸਾਰੀਆਂ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਜਾਂਦਾ ਆ। ਕਈ ਵਾਰੀ ਫਲੈਟ ਵਰਗੀਆਂ ਬਿਮਾਰੀਆਂ ਪਿਛਲੇ ਸਮੇਂ ਚੱਲੀਆਂ, ਕਿਵੇਂ ਉਹਨੇ ਫਸਲ ਖਰਾਬ ਕੀਤੀ, ਕਈ ਵਾਰ ਸੁੰਡੀ ਪੈ ਗਈ, ਕਈ ਵਾਰੀ ਸਾਨੂੰ ਮੌਸਮ ਇਹ ਫਸਲ ਖਰਾਬ ਕਰ ਦਿੰਦਾ ਆ। ਸੋ ਉਹਨਾਂ ਹਾਲਾਤਾਂ ਦੇ ਵਿੱਚ ਇੱਥੇ ਤਾਂ ਖੈਰ ਮੈਨੂੰ ਲੱਗਦਾ ਕਿ ਸ਼ਾਇਦ ਇੰਸ਼ੋਰੈਂਸ ਜਿਹੜੀ ਆ ਕਾਫੀ ਹੱਦ ਤੱਕ ਕਵਰ ਕਰ ਜਾਂਦੀ ਆ। ਸੋ ਉਸ ਹਾਲਾਤਾਂ ਨੂੰ ਫਿਰ ਕਿਸ ਤਰ੍ਹਾਂ ਨਿਪਟਿਆ ਜਾਵੇ? ਕਿਉਂਕਿ ਕੰਪਨੀ ਦਾ ਕਹਿਣਾ ਵੀ ਸਾਨੂੰ ਤਾਂ ਬਈ ਝਾੜ ਦਿਓ, ਅਸੀਂ ਇੰਨੇ ਝਾੜ ਦਾ ਐਗਰੀਮੈਂਟ ਕੀਤਾ ਹੋਇਆ, ਪਰ ਜੇ ਦੂਜੇ ਪਾਸੇ ਕੋਈ ਇਸ ਤਰ੍ਹਾਂ ਦੀ ਕੁਦਰਤੀ ਆਪਦਾ ਪੈ ਗਈ, ਕੋਈ ਬਿਮਾਰੀ ਪੈ ਗਈ, ਉਹਨਾਂ ਹਾਲਾਤਾਂ 'ਚ ਫਿਰ ਕੀ ਹੋ ਸਕਦਾ ਹੈ? ਦੇਖੋ ਜੀ, ਸਭ ਤੋਂ ਪਹਿਲਾਂ ਹੁੰਦਾ ਹੈ ਜਦੋਂ ਕੰਟਰੈਕਟ ਸਾਈਨ ਹੁੰਦਾ ਨਾ, ਉਹਦੇ 'ਚ ਫੋਰਸ ਮੈਜਰ ਨਾਂ ਦਾ ਇੱਕ ਕਲੌਜ਼ ਹੁੰਦਾ। ਉਹ ਹੁੰਦਾ ਹੈ ਕਿ ਜੇ ਫਰਜ਼ ਕਰੋ ਕੋਈ ਨੈਚੁਰਲ ਕੈਲਾਮਿਟੀ, ਮਤਲਬ ਕਿ ਕੁਦਰਤੀ ਆਪਦਾ ਆ ਗਈ, ਇਹ ਸਾਰਾ ਜਿਹੜਾ ਤੁਸੀਂ ਦੱਸ ਰਹੇ ਹੋ, ਚਾਹੇ ਸੁੰਡੀ ਆ ਜਾਏ, ਗੜੇਮਾਰੀ ਹੋ ਜਾਏ, ਕੁਝ ਵੀ ਹੋ ਜਾਏ, ਝਾੜ ਨਾ ਹੋਵੇ, ਫਸਲ ਦਾ ਘੱਟ ਹੋ ਜਾਵੇ, ਜਾਂ ਬਿਲਕੁਲ ਹੀ ਨਾ ਹੋਵੇ, ਫਸਲ ਤਬਾਹ ਹੋ ਜਾਵੇ, ਇਹ ਇਸ ਚੀਜ਼ ਨੂੰ ਫੋਰਸ ਮੈਜਰ ਦੇ ਕਲੌਜ਼ ਦੇ ਅੰਡਰ ਆਪਾਂ ਲਿਖਤ ਕੀਤਾ ਜਾ ਸਕਦਾ। ਇਹਦੇ ਵਾਸਤੇ ਚਾਹੇ ਕੋਈ ਇੰਸ਼ੋਰੈਂਸ ਹੈ ਚਾਹੇ ਨਹੀਂ ਹੈ, ਇਹ ਚੀਜ਼ ਜਿਹੜੀ ਹੈ ਕਿਸਾਨ ਦੇ ਉੱਤੇ ਨਹੀਂ ਪਾਉਣੀ ਚਾਹੀਦੀ। ਤੇ ਜੇ ਕੰਟਰੈਕਟ ਸਹੀ ਤਰੀਕੇ ਨਾਲ ਸਾਈਨ ਹੋਇਆ ਤਾਂ ਇਹ ਚੀਜ਼ ਜਿਹੜੀ ਹੈ ਉਹਨਾਂ ਦੇ ਮਤਲਬ ਕਿਸਾਨ ਦੇ ਸਿਰ ਤੇ ਨਹੀਂ ਪਏਗੀ। ਉਸ ਤੋਂ ਇਲਾਵਾ ਇੰਸ਼ੋਰੈਂਸ ਵੀ ਹੁੰਦੀ ਹੈ। ਹੁਣ ਪੰਜਾਬ ਦੇ ਪਿੱਛੇ 'ਚ ਇੰਸ਼ੋਰੈਂਸ ਚੱਲੀ ਹੈ, ਇੱਦਾਂ ਨਹੀਂ ਹੈ ਕਿ ਨਹੀਂ ਹੈਗੀ। ਹੁਣ ਤੁਹਾਨੂੰ ਵੀ ਸ਼ਾਇਦ ਪਤਾ ਹੋਏਗਾ ਕਿ ਕਈਆਂ ਨੂੰ ਜਿਹੜੇ ਉਹਨਾਂ ਦੇ ਉਹ ਮਿਲੇ ਵੀ ਹੈ ਤੇ ਕਈਆਂ ਨੂੰ ਨਹੀਂ ਵੀ ਮਿਲੇ, ਤੇ ਮੈਨੂੰ ਲੱਗਦਾ ਉਹ ਕਿੰਨੇ ਸਾਰੇ ਪੈਸੇ ਇਕੱਠੇ ਕਰ ਲਏ ਹੋਣੇ ਉਹਨਾਂ ਨੇ। ਜੀ ਇੱਥੇ ਮੈਂ ਇੱਕ ਐਡ ਕਰ ਦੇਵਾਂ ਗੱਲ ਪ੍ਰਭ ਸਿਮਰ ਜੀ, ਕਿਉਂਕਿ ਬਹੁਤ ਸਾਰੀਆਂ ਖਬਰਾਂ ਇਸ ਤੇ ਰਿਪੋਰਟਿੰਗ ਹੋਈ ਸੀ, ਇੰਸ਼ੋਰੈਂਸ ਚੱਲੀ ਸੀ, ਪਰ ਇਹ 'ਚ ਇੱਕ ਜਿਹੜਾ ਤੱਥ ਇਹ ਨਿਕਲ ਕੇ ਸਾਹਮਣੇ ਆਇਆ ਸੀ ਕਿ ਜਿੰਨੇ ਪੈਸੇ ਲੋਕਾਂ ਕੋਲੋਂ ਇੰਸ਼ੋਰੈਂਸ ਤੇ ਇਕੱਠੇ ਕੀਤੇ ਗਏ, ਜਿੰਨੀ ਵੱਡੀ ਰਕਮ ਇਕੱਠੀ ਹੋਈ, ਉਹਦੇ ਮੁਕਾਬਲੇ ਮਹਿਜ ਕੋਈ 10-15% ਜਿਹੜੀ ਸੀ ਇਹ ਇੰਸ਼ੋਰੈਂਸ ਵਿੱਚੋਂ ਰਕਮ ਦਿੱਤੀ ਗਈ ਆ। ਬਹੁਤ ਸਾਰੇ ਜਿਹੜੇ ਕਲੇਮ ਸੀ ਉਹ ਉਹਨਾਂ ਨੇ ਨਕਾਰ ਦਿੱਤੇ ਸੀ, ਔਰ ਬਹੁਤ ਘੱਟ ਰਕਮ ਜਿਹੜੀ ਸੀ ਵਾਪਸ ਦਿੱਤੀ ਗਈ। ਸੋ ਇੱਕ ਦੋਸ਼ ਲੱਗਾ ਸੀ ਇਹ ਸਰਕਾਰਾਂ ਉੱਤੇ, ਜਾਂ ਜਿਹੜੀ ਵੀ ਇਹ ਜਿਹੜੀ ਬਾਡੀ ਵੱਲੋਂ ਇੰਸ਼ੋਰੈਂਸ ਕੀਤੀ ਗਈ, ਕਿ ਇਹ ਵੀ ਇੱਕ ਤਰੀਕੇ ਨਾਲ ਕਿਸਾਨ ਦੀ ਲੁੱਟ ਹੋਈ ਹੈ। ਦੇਖੋ ਜੀ, ਇੰਸ਼ੋਰੈਂਸ ਜਿਹੜੀ ਪਾਲਿਸੀ ਹੁੰਦੀ ਹੈ ਨਾ, ਇੱਕ ਉਹ ਇੱਦਾਂ ਨਹੀਂ ਹੈ ਕਿ ਇੱਕ ਇੰਸ਼ੋਰੈਂਸ ਆਪਾਂ ਆਮ ਤੌਰ ਤੇ ਕਿਸੇ ਨੂੰ ਪੁੱਛੀਏ, ਬਾਈ ਜੀ ਤੁਹਾਡੇ ਕੋਲ ਇੰਸ਼ੋਰੈਂਸ ਹੈਗੀ, ਉਹ ਕਹਿਣਗੇ ਹਾਂਜੀ ਸਾਡੇ ਕੋਲ ਹੈਗੀ ਹੈ।
ਆਮ ਬੰਦੇ ਉਹ ਕਿਹੜੀ ਇੰਸ਼ੋਰੈਂਸ ਹੈ ਆਪਾਂ ਵੀ ਉਹਨਾਂ ਦੀ ਕ੍ਰਿਟੀਕਲ ਇਲਨੈਸ ਹੈ ਜਾਂ ਉਹਨਾਂ ਦੀ ਲਾਈਫ ਇੰਸ਼ੋਰੈਂਸ ਹੈ ਜਾਂ ਉਹਨਾਂ ਦੀ ਮੌਰਗੇਜ ਇੰਸ਼ੋਰੈਂਸ ਹੈ, ਜੇ ਲਾਈਫ ਪਰਮਾਨੈਂਟ ਹੈ, ਟਰਮ ਇੰਸ਼ੋਰੈਂਸ 100 ਤਰ੍ਹਾਂ ਦੀ ਇੰਸ਼ੋਰੈਂਸ ਹੁੰਦੀ ਹੈ। ਉਸੇ ਤਰ੍ਹਾਂ ਜਿਹੜੀ ਇਹ ਆਪਣੀ ਫਾਰਮਿੰਗ ਲੈ ਲਓ ਜਾਂ ਕੋਈ ਵੀ ਐਜ਼ ਸੱਚ ਬਿਜ਼ਨਸ ਦੇ ਵਿੱਚ ਜੇ ਆਪਾਂ ਇੰਸ਼ੋਰੈਂਸ ਲੈਂਦੇ ਹਾਂ, ਉਹ ਬਹੁਤ ਤਰ੍ਹਾਂ ਦੀ ਇੰਸ਼ੋਰੈਂਸ ਹੁੰਦੀ ਹੈ। ਕੁਆਲਿਟੀ ਇੰਸ਼ੋਰੈਂਸ ਅਲੱਗ ਹੋਏਗੀ, ਟ੍ਰਾਂਜ਼ਿਟ ਇੰਸ਼ੋਰੈਂਸ ਅਲੱਗ ਹੋਏਗੀ, ਬਹੁਤ ਤਰ੍ਹਾਂ ਦੀ ਇੰਸ਼ੋਰੈਂਸ ਹੋਏਗੀ। ਇਸ ਚੀਜ਼ ਨੂੰ ਜੇ ਆਪਾਂ ਐਜ਼ ਸੱਚ ਜੇ ਲਾਗੂ ਕੀਤਾ ਜਾਵੇ, ਹੁਣ ਕੈਨੇਡਾ ਦੇ ਜਿਹੜੀ ਇੰਸ਼ੋਰੈਂਸ ਕੰਪਨੀਜ਼ ਹੈ, ਚੀਪੈਸਟ ਇੰਸ਼ੋਰੈਂਸ ਆਈ ਥਿੰਕ ਮੈਨੂੰ ਲੱਗਦਾ ਜੇ ਤੁਸੀਂ ਜ਼ਿਆਦਾਤਰ ਜਿਹੜੇ ਜਿੰਨੇ ਵੀ ਵਿਕਸਿਤ ਮੁਲਕ ਹੈ ਜੇ ਉਹਨਾਂ ਨਾਲ ਤੁਸੀਂ ਕੰਪੇਅਰ ਕੀਤਾ ਜਾਵੇ ਤਾਂ ਇੱਥੇ ਦੀ ਇੰਸ਼ੋਰੈਂਸ ਸਸਤੀ ਹੈ ਬਾਕੀ ਮੁਲਕਾਂ ਨਾਲੋਂ। ਤੇ ਜਿਹੜੇ ਇੱਥੇ ਦੇ ਆਪਾਂ ਗੱਲ ਕਰੀਏ ਕਿ ਪੇ ਆਊਟ ਦੀ ਗੱਲ ਕਰੀਏ ਜਾਂ ਜਿਹੜੇ ਕਲੇਮਸ ਆਪਾਂ ਦਿੰਦੇ ਆ, ਜੇ ਤੁਹਾਡਾ ਕਲੇਮ ਸਹੀ ਹੈ ਤੇ ਕੋਈ ਚਾਂਸ ਹੀ ਨਹੀਂ ਕਿ ਤੁਹਾਡਾ ਉਹ ਕਲੇਮ ਰਿਜੈਕਟ ਹੋ ਜਾਵੇ। ਤੁਹਾਨੂੰ ਇਸ ਚੀਜ਼ ਦਾ ਤੁਹਾਡੇ ਅੰਦਰ ਡਰ ਨਹੀਂ ਹੁੰਦਾ ਕਿ ਅਸੀਂ ਯਾਰ ਇੰਸ਼ੋਰੈਂਸ ਕੀਤੀ ਹੈ, ਕੱਲ ਨੂੰ ਪੇ ਆਊਟ ਹੋਵੇਗਾ ਕਿ ਨਹੀਂ ਹੋਵੇਗਾ। ਤੇ ਉਸ ਤੋਂ ਇਲਾਵਾ ਵੀ ਤੁਹਾਨੂੰ ਗਵਰਨਮੈਂਟ ਵੱਲੋਂ ਬਹੁਤ ਜ਼ਿਆਦਾ ਜਿਹੜੀ ਹੈ ਸਪੋਰਟ ਦਿੱਤੀ ਜਾਂਦੀ ਹੈ। ਇਹ ਚੀਜ਼ ਇੰਡੀਆ ਦੇ ਵਿੱਚ ਮੈਂ ਕਦੀ ਨਹੀਂ ਦੇਖੀ, ਤੇ ਨਾ ਹੀ ਐਗਰੀਕਲਚਰ ਦੇ ਵਿੱਚ, ਨਾ ਹੀ ਹੋਰ ਕਿਸੇ ਖੇਤੇ ਦੇ ਵਿੱਚ। ਸੋ ਆਪਾਂ ਇੰਸ਼ੋਰੈਂਸ ਦਾ ਜਿਹੜਾ ਪੁਆਇੰਟ ਕੋਈ ਆਪਾਂ ਨੂੰ ਕਹਿੰਦਾ ਵੀ ਹੈ ਤਾਂ ਉਹ ਬਿਲਕੁਲ ਹੀ ਇੱਕ ਬੇਸਲੈਸ ਪੁਆਇੰਟ ਹੋਏਗਾ ਇੰਡੀਆ ਦੇ ਵਿੱਚ ਜੇ ਆਪਾਂ ਇੰਸ਼ੋਰੈਂਸ ਦੀ ਗੱਲ ਕਰਦੇ ਹਾਂ ਤਾਂ। ਜੀ, ਤੇ ਇਹਦੇ ਵਿੱਚ ਹੋਰ ਜੇ ਆਪਾਂ ਗੱਲ ਕਰੀਏ ਤਾਂ ਇਹਦੇ ਵਿੱਚ ਆਪਾਂ ਸੁਪਰਵਾਈਜ਼ ਦੀ ਵੀ ਗੱਲ ਕਰ ਲਈ, ਪਰ ਹੁਣ ਸਵਾਲ ਇਹੀ ਆ ਕਿ ਇਹ ਅਸਲ ਦੇ ਵਿੱਚ ਪੂਰਾ ਸਟਰਕਚਰ ਹੈ ਕੀ ਆ, ਕਿ ਜਿਵੇਂ ਅਮਰੀਕਾ ਦੇ ਵਿੱਚ ਕਿਹਾ ਜਾ ਕਿ ਪੂਰੀ ਤਰ੍ਹਾਂ ਫੇਲ ਹੋਇਆ, ਤੁਸੀਂ ਵੀ ਕਹਿ ਰਹੇ ਹੋ, ਉੱਥੇ ਕਿਸਾਨ ਵੀ ਕਹਿ ਰਿਹਾ ਕਿ ਪੂਰੀ ਤਰ੍ਹਾਂ ਫੇਲ ਹੋਇਆ। ਅਸਲ ਦੇ ਵਿੱਚ ਫਿਰ ਹੋਣਾ ਕੀ ਚਾਹੀਦਾ ਇਹਦੇ ਵਿੱਚ? ਦੇਖੋ ਇਹਦੇ ਵਿੱਚ ਕੀ ਚੀਜ਼ ਹੈ, ਹੁਣ ਆਪਾਂ ਗੱਲ ਕਰੀਏ ਨਾ ਥੋੜੀ ਜੀ ਐਗਰੀਕਲਚਰ ਤੋਂ ਥੋੜਾ ਜਿਹਾ ਹਟ ਕੇ ਬਿਜ਼ਨਸ ਦੀ, ਕਿਉਂਕਿ ਕੋਈ ਵੀ ਇੱਕ ਖਿੱਤਾ ਇੰਡੀਪੈਂਡੈਂਟ ਨਹੀਂ ਹੁੰਦਾ, ਉਹ ਦੂਸਰੇ ਖਿੱਤਿਆਂ ਤੇ ਡਿਪੈਂਡ ਹੁੰਦਾ ਹੈ। ਜਿਹੜਾ ਐਗਰੀਕਲਚਰ ਹੈ ਉਹ ਐਕਸਪੋਰਟ ਤੇ ਡਿਪੈਂਡ ਹੈ। ਹੁਣ ਪੰਜਾਬ ਦਾ ਬਹੁਤ ਕੁਝ ਐਕਸਪੋਰਟ ਹੋ ਰਿਹਾ, ਫਾਰਮਰਸ ਨੂੰ ਇਹ ਖੁੱਲ੍ਹ ਕਿਉਂ ਨਹੀਂ ਦਿੱਤੀ ਜਾ ਸਕਦੀ ਤੇ ਉਹਨਾਂ ਨੂੰ ਇਹ ਸਸਤੇ ਤਰੀਕੇ ਨਾਲ ਉਹਨਾਂ ਨੂੰ ਇਹ ਐਜੂਕੇਸ਼ਨ ਕਿਉਂ ਨਹੀਂ ਦਿੱਤੀ ਜਾ ਸਕਦੀ? ਉਹ ਆਪਣੀਆਂ ਐਕਸਪੋਰਟ ਇੰਪੋਰਟ ਕੰਪਨੀਆਂ ਖੋਲ੍ਹ ਲੈਣ, ਜਿਹੜਾ ਉੱਥੇ ਦਾ IEC ਕੋਡ ਹੁੰਦਾ ਹੈ। ਹੁਣ ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਜੇ ਤੁਸੀਂ ਕੈਨੇਡਾ ਦੇ ਵਿੱਚ IEC ਕੋਡ ਲੈਣਾ, ਮੈਂ ਤੁਹਾਨੂੰ ਦੱਸ ਹੀ ਚੁੱਕਿਆ ਕਿ ਉਹ ਅੱਧੇ ਦਿਨ ਦਾ ਵੀ ਨਹੀਂ, ਕੁਛ ਮਿੰਟਾਂ ਦੀ ਖੇਡ ਹੈ ਤੇ ਤੁਹਾਨੂੰ ਉਹ ਮਿਲ ਜਾਂਦਾ ਹੈ। ਇਹ ਗੱਲ ਨੂੰ ਜੇ ਤੁਸੀਂ ਇੰਡੀਆ ਦੇ ਵਿੱਚ ਵੀ ਲਾਗੂ ਕਰੋ ਤੇ ਜੇ ਤੁਸੀਂ ਉੱਥੇ ਦੀਆਂ ਮੰਡੀਆਂ ਜੇ ਤੁਸੀਂ ਓਪਨ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਪੋਰਟ, ਹੁਣ ਆਪਾਂ ਜੇ ਪੋਰਟ ਦੀ ਗੱਲ ਕਰੀਏ, ਪੰਜਾਬ ਤੋਂ ਜਿਹੜਾ ਮੁੰਦਰਾ ਕਾਂਡਲਾ ਪੋਰਟ, ਆਈ ਥਿੰਕ ਉਹ ਕੋਈ ਮੈਨੂੰ ਲੱਗਦਾ ਸ਼ਾਇਦ 1400 ਕੁਛ ਕਿਲੋਮੀਟਰ ਪੈਂਦਾ, ਜੇ ਮੈਨੂੰ ਨੋ ਕੁਆਇਟ ਸ਼ੋਰ ਹੈ ਨਾ। ਤੇ ਜੇ ਆਪਾਂ ਕੈਲਕਟਾ ਦੀ ਗੱਲ ਕਰੀਏ ਤਾਂ ਆਈ ਥਿੰਕ 1900 ਕੁਛ ਕਿਲੋਮੀਟਰ ਪੈਂਦਾ। ਤੇ ਜੇ ਉਹੀ ਕਰਾਚੀ ਦੀ ਗੱਲ ਕਰੀਏ ਤਾਂ ਉਹ ਥੋੜਾ ਜਲਦ। ਹੁਣ ਆਪਣੇ ਪੰਜਾਬ ਦੇ ਕੋਲ ਆਪਸ਼ਨ ਹੀ ਹੈ 3-4 ਆਪਸ਼ਨ ਦਾ, ਉਹਦੇ ਵਿੱਚੋਂ ਕਰਾਚੀ ਦੀ ਆਪਸ਼ਨ ਕੱਢ ਦਿਓ, ਪੋਰਟ ਕਾਸਿਮ ਪੋਰਟ ਕਰਾਚੀ ਦੀ ਪਾਕਿਸਤਾਨ ਦੀ ਆਪਸ਼ਨ ਕੱਢ ਦਿਓ, ਆਪਣੇ ਕੋਲ ਹੈ ਨਹੀਂ ਹੈ। ਸੋ ਆਪਣੇ ਕੋਲ ਆਪਸ਼ਨ ਜਿਹੜੀ ਹੈਗੀ ਹੈ ਉਹ ਹੈਗੀ ਹੈ ਕਿ ਜੀ ਦੇਖੋ ਹਰ ਇੱਕ ਥਾਂ ਤੇ, ਲੁਧਿਆਣੇ ਹੋ ਗਿਆ, ਬਠਿੰਡੇ ਹੋ ਗਿਆ, ਜਿੱਥੇ ਜਿੱਥੇ ਅਲੱਗ-ਅਲੱਗ ਆਪਾਂ ਸੂਬਿਆਂ ਦੀ ਗੱਲ ਕਰੀਏ, ਉੱਥੇ ICDs ਜਿਨ੍ਹਾਂ ਨੂੰ ਆਪਾਂ ਇਨਲੈਂਡ ਕੰਟੇਨਰ ਡੀਪੋਜ਼ ਕਹਿੰਦੇ ਆ, ਉੱਥੇ ਬਣੇ ਹੋਏ ਆ। ਜਿਹੜਾ ਪੰਜਾਬ ਤੋਂ ਕੱਪੜਾ ਨਿਕਲਦਾ ਹੈ, ਹੌਜ਼ਰੀ ਨਿਕਲਦੀ ਹੈ, ਉੱਥੋਂ ਦੀ ਪਲਾਸਟਿਕ ਬਣਦਾ ਹੈ, ਉੱਥੋਂ ਕਿੰਨਾ ਕੁਝ ਜਿਹੜਾ ਬੰਦਾ ਐਕਸਪੋਰਟ ਹੁੰਦਾ ਹੀ ਹੈ ਤੇ ਇੰਪੋਰਟ ਵੀ ਹੁੰਦਾ। ਪੰਜਾਬ ਦੇ ਵਿੱਚ ਕੀ ਗੱਲ ਕੰਟੇਨਰ ਆਉਂਦੇ ਨਹੀਂ ਹੈ? ਤੇ ਜੇ ਉਹ ਚੀਜ਼ ਹੋ ਸਕਦੀ ਹੈ ਤਾਂ ਫਿਰ ਉਹ ਜੇ ਐਗਰੀਕਲਚਰ ਦੇ ਵਿੱਚ ਵੀ ਉੱਦਾਂ ਹੀ ਹੋ ਜਾਵੇ, ਪੰਜਾਬ ਦੇ ਫਾਰਮਰਸ ਜਿਹੜੇ ਆ ਉਹ ਆਪ ਪੜ੍ਹ ਲਿਖ ਕੇ ਤੇ ਉਹ ਆਪਣਾ ਪ੍ਰੋਡਕਟ ਆਪ ਐਕਸਪੋਰਟ ਕਰ ਸਕਣ। ਹੁਣ ਜਿਵੇਂ ਇੱਥੇ ਦੇ ਆਪਾਂ ਗੱਲ ਕਰੀਏ ਵੀ ਜਿਹੜੇ ਫਾਰਮਰਸ ਹੈ, ਐਪਲ ਦੇ ਫਾਰਮਰਸ ਹੈ ਕੈਲੋਨਾ ਦੇ ਵਿੱਚ, ਹੁਣ ਕੈਲੋਨਾ ਜੇ ਆਪਾਂ BC ਦੀ ਗੱਲ ਕਰੀਏ ਤਾਂ ਉੱਥੇ ਕੋਈ ਪੋਰਟ ਨਹੀਂ ਹੈਗੀ ਨੇੜੇ ਤੇੜੇ, ਲੇਕਿਨ ICD ਹੈਗੇ ਆ। ਸੋ ਉਹੀ ਸਟਰਕਚਰ ਆਪਾਂ ਮੈਂ ਪੰਜਾਬ ਵਾਲਾ ਤੁਹਾਨੂੰ ਕੰਪੇਅਰ ਕਰਕੇ ਦੱਸ ਰਿਹਾ ਕਿ ਜੇ ਕੈਲੋਨਾ ਦੇ ਵਿੱਚ ਜਾਂ ਐਡਮਿੰਟਨ ਦੀ ਆਪਾਂ ਗੱਲ ਕਰੀਏ, ਸਸਕੈਚੁਅਨ ਦੀ ਗੱਲ ਕਰੋ ਕਿ ਜਿਹੜਾ ਕਿ ਲਾਰਜੈਸਟ ਗ੍ਰੇਨ ਪ੍ਰੋਡਿਊਸਰ ਹੈ ਵਰਲਡ ਦਾ। ਹੁਣ ਜੇ ਆਪਾਂ ਇੱਥੇ ਦੀ ਗੱਲ ਕਰੀਏ, ਲੈਂਟਿਲ ਦੇ ਵਿੱਚ ਨੰਬਰ 1 ਹੈ, ਡਰਾਈਡ ਪੀਸ ਦੇ ਵਿੱਚ ਨੰਬਰ 1 ਹੈ, ਚਿਕ ਪੀਸ ਦੇ ਵਿੱਚ ਨੰਬਰ 2 ਜਾਂ ਨੰਬਰ 3 ਹੈ ਮੈਨੂੰ ਲੱਗਦਾ। ਕਿੰਨਾ ਕੁਛ ਐਗਰੀਕਲਚਰ ਕੰਟਰੀ ਹੈ ਇੱਕ ਜਿਹੜਾ ਕੈਨੇਡਾ। ਹੁਣ ਸਸਕੈਚੁਅਨ ਕੋਲ ਕਿਹੜਾ ਆਪਣੀ ਕੋਈ ਪੋਰਟ ਹੈ? ਉਹਨਾਂ ਕੋਲ ਕੋਈ ਸੀ ਪੋਰਟ ਨਹੀਂ ਹੈ, ਲੇਕਿਨ ਉਹਨਾਂ ਦਾ ਜਿਹੜਾ ਰੇਲਵੇ ਸਟਰਕਚਰ ਹੈ ਜਿਹੜਾ ਉਹਨਾਂ ਦਾ ਇੰਨਾ ਜ਼ਿਆਦਾ ਵਿਕਸਿਤ ਨਹੀਂ ਹੈ ਜਿੰਨਾ ਕਿ ਆਪਣਾ ਇੰਡੀਆ ਦਾ ਹੈਗਾ। ਤੇ ਜੇ ਆਪਾਂ ਗੱਲ ਕੀਤੀ ਜਾਵੇ ਟਰਾਂਸਪੋਰਟੇਸ਼ਨ ਦੀ, ਉੱਥੇ ਵੀ ICD ਵਾਲਾ ਸਿਸਟਮ ਹੈ, ਇਨਲੈਂਡ ਕੰਟੇਨਰ ਡੀਪੋਜ਼ ਹੈਗੇ ਤੇ ਆਪਣੇ ਇੰਡੀਆ ਦੇ ਪੰਜਾਬ ਦੇ ਵਿੱਚ ਲੁਧਿਆਣੇ ਸਾਰੇ ਪਾਸੇ ਹੈਗੇ ਆ। ਤਾਂ ਉਹਨਾਂ ਨੂੰ ਯੂਜ਼ ਕਰਕੇ ਤੇ ਡਾਇਰੈਕਟ ਜਿਹੜੀ ਹੈ ਐਕਸਪੋਰਟ ਕਿਉਂ ਨਹੀਂ ਕੀਤੀ ਜਾ ਸਕਦੀ, ਜਿੱਦਾਂ ਕਿ ਜਿਹੜੇ ਫਾਰਮਰਸ ਆਪਣੇ ਕੈਨੇਡਾ ਦੇ ਕਰ ਸਕਦੇ ਆ। ਤੇ ਜੇ ਇਹ ਹੋ ਜਾਵੇ ਤਾਂ ਇੱਕ ਦੂਜੀ ਗੱਲ ਆ ਜਾਂਦੀ ਹੈ ਫਾਈਨੈਂਸ਼ੀਅਲ ਸਪੋਰਟ ਦੀ। ਹੁਣ ਦੇਖੋ ਇਹਨਾਂ ਨੇ ਐਸੈਂਸ਼ੀਅਲ ਕਮੋਡਿਟੀਜ਼ ਐਕਟ ਇੱਕ ਹੈ ਜਿਹੜਾ ਤੁਹਾਨੂੰ ਵੀ ਪਤਾ ਹੋਏਗਾ ਹੈ ਨਾ, ਉਹਦਾ ਵੀ ਇੱਕ ਮੇਨ ਮੁੱਦਾ ਚੱਲ ਰਿਹਾ ਕਿ ਇਹਦੀ ਜਿਹੜੀ ਹੈ ਹੁਣ ਵੱਡੀਆਂ ਕੰਪਨੀਆਂ ਆਉਣਗੀਆਂ ਤੇ ਇਹਨਾਂ ਨੇ ਇਹਦੇ ਤੋਂ ਲਿਮਿਟ ਚੱਕਤੀ ਹੈ ਤੇ ਇਹਨੂੰ ਐਸੈਂਸ਼ੀਅਲ ਕਮੋਡਿਟੀਜ਼ ਤੋਂ ਹਟਾ ਕੇ ਤੇ ਇਹ ਹੁਣ ਜਿਹੜੇ ਗ੍ਰੇਨਸ ਹੈ, ਕਣਕਾਂ ਹੋ ਗਈਆਂ, ਝੋਨਾ ਹੋ ਗਿਆ, ਜੀਰੀ ਹੋ ਗਈ, ਜੋ ਵੀ ਹੋ ਗਿਆ, ਉਹਨੂੰ ਤੁਸੀਂ ਸਟੋਰ ਕਰ ਸਕਦੇ ਹੋ। ਹੁਣ ਸਟੋਰ ਕਰਨ ਵਾਸਤੇ ਵੱਡੇ ਸਾਈਲੋਜ਼ ਚਾਹੀਦੇ ਆ, ਉਹ ਸਾਈਲੋਜ਼ ਗ੍ਰੇਨ ਸਟੋਰੇਜ ਸਾਈਲੋਜ਼ ਜਿਹੜੇ ਉਹ ਚਾਹੀਦੇ ਆ ਤੇ ਉਹ ਫਾਰਮਰਸ ਕੋਲ ਤਾਂ ਇੰਨਾ ਪੈਸਾ ਹੈ ਨਹੀਂ ਹੈ। ਸੋ ਵੱਡੀਆਂ ਕੰਪਨੀਆਂ ਨੇ ਆਲਰੇਡੀ ਉਹ ਫੋਟੋ ਆਉਣੀਆਂ ਵੀ ਸ਼ੁਰੂ ਹੋ ਗਈਆਂ ਕਿ ਉਹਨਾਂ ਨੇ ਤਾਂ ਸੈਟਅਪ ਵੀ ਕਰ ਲਏ। ਸੋ ਜੇ ਉਹਨਾਂ ਦੇ ਸਾਈਲੋਜ਼ ਹੋਣਗੇ, ਹੁਣ ਤੁਸੀਂ ਇੱਕ ਸਿੰਪਲ ਜੀ ਸਪਲਾਈ ਡਿਮਾਂਡ ਜਿਹੜਾ ਆਪਾਂ ਇਕੁਏਸ਼ਨ ਛੋਟੇ ਹੁੰਦਿਆਂ ਪੜ੍ਹਦੇ ਹੁੰਦੇ ਸੀਗੇ, ਉਹਦੇ ਵਿੱਚ ਆਪਾਂ ਨੂੰ ਇੱਕ ਚੀਜ਼ ਨਹੀਂ ਦੱਸਦੇ ਹੁੰਦੇ ਸੀ ਕਿ ਸਟੋਰੇਜ ਦੀ। ਜੇ ਤਾਂ ਸਪਲਾਈ ਹੈ ਜਿਹੜੀ ਨਾ ਉਹ ਓਰੀਜਨਲ ਰਵੇ, ਫਿਰ ਉਹਦੇ ਨਾਲ ਡਿਮਾਂਡ ਹੈ ਜਿਹੜੀ ਓਰੀਜਨਲ ਰਵੇ, ਫਿਰ ਪ੍ਰਾਈਸ ਜਿਹੜਾ ਹੋਏਗਾ ਉਹ ਐਕਚੁਅਲ ਪ੍ਰਾਈਸ ਓਰੀਜਨਲ ਪ੍ਰਾਈਸ ਹੋਏਗਾ। ਲੇਕਿਨ ਜੇ ਤੁਸੀਂ ਸਪਲਾਈ ਨੂੰ ਬੋਟਲ ਨੈਕ ਕਰ ਦਿਓ,
ਬੋਟਲਨੈਕ ਤੋਂ ਮੇਰਾ ਭਾਵ ਹੈ ਕਿ ਤੁਸੀਂ ਸਟੋਰੇਜ ਕਰ ਦਿਓ, ਜਿਹਨੂੰ ਆਪਾਂ ਜਮਾਖੋਰੀ ਕਹਿੰਦੇ ਆ। ਤੁਸੀਂ ਜਮਾਖੋਰੀ ਕਰਨੀ ਸ਼ੁਰੂ ਕਰ ਦਿਓ ਮਾਰਕੀਟ ਦੇ ਵਿੱਚ, ਚਾਹੇ ਉਹ ਗ੍ਰੇਨ ਕੋਈ ਵੀ ਹੈ, ਚਾਹੇ ਉਹ ਲੈਂਟਿਲ ਹੈ, ਚਾਹੇ ਉਹ ਦਾਲਾਂ ਹੈ, ਚਾਹੇ ਉਹ ਝੋਨਾ, ਚਾਹੇ ਉਹ ਆਪਣਾ ਕੁਝ ਵੀ ਹੈ, ਚਾਹੇ ਉਹ ਕਣਕਾਂ ਹੈ। ਤੇ ਜੇ ਉਹਦੀ ਜਿਹੜੀ ਸਪਲਾਈ ਹੈ ਉਹ ਘਟ ਜਾਵੇ, ਬੋਟਲਨੈਕ ਹੋ ਜਾਵੇ, ਤਾਂ ਉਸ ਸਪਲਾਈ ਦੇ ਮੁਤਾਬਕ ਜਿਹੜੀ ਡਿਮਾਂਡ ਹੈ ਵੱਧ ਹੋਏਗੀ, ਤੇ ਸੋ ਜਿਹੜਾ ਪ੍ਰਾਈਸ ਹੈ ਉਹ ਆਪੇ ਵੱਧ ਹੋ ਜਾਏਗਾ। ਸੋ ਜੇ ਇਸ ਚੀਜ਼ ਨੂੰ ਤੁਸੀਂ ਦੇਖੋ ਵੀ ਇਹ ਜਿਹੜੇ ਪ੍ਰਾਈਸ ਹੈ ਸਿਰਫ ਕਿਸਾਨਾਂ ਦਾ ਮੁੱਦਾ ਨਹੀਂ ਹੈਗਾ, ਇਹ ਹਿੰਦੁਸਤਾਨ ਦੇ ਇਕੱਲੇ ਬਸ਼ਿੰਦੇ ਦਾ ਮੁੱਦਾ ਹੈ। ਕਿਉਂਕਿ ਉਹਨਾਂ ਨੂੰ ਜਿਹੜੇ ਕਣਕਾਂ ਦੇ ਜਿਹੜੇ ਹੁਣ ਮਿਲ ਰਹੇ ਆ ਨਾ, ਜਿਹੜੇ ਉਹਨਾਂ ਨੂੰ ਦਾਲਾਂ ਸਬਜ਼ੀਆਂ, ਉਹ ਉਹਨਾਂ ਨੂੰ ਫਿਰ ਸਕਾਈ ਹਾਈ ਪ੍ਰਾਈਸਿਸ ਤੇ ਜਦੋਂ ਉਹਨਾਂ ਨੂੰ ਮਿਲਣੀਆਂ ਸ਼ੁਰੂ ਹੋਣਗੀਆਂ, ਉਹਨਾਂ ਦੀਆਂ ਅੱਖਾਂ ਤਾਂ ਖੁੱਲਣਗੀਆਂ। ਇਹ ਤਾਂ ਹੁਣ ਸਿਰਫ ਕਿਸਾਨਾਂ ਨੂੰ ਹੀ ਮਜ਼ਾਕ ਜੀ। ਅੱਛਾ ਪਰ ਜਦੋਂ ਇੱਥੇ ਖੇਤੀ ਹੁੰਦੀ ਹੈ ਤਾਂ ਜਿਹੜੇ ਖਾਸ ਕਰਕੇ ਅਸੀਂ ਦੇਖਦੇ ਹਾਂ ਕਿ ਵੱਡੀਆਂ ਮਸ਼ੀਨਾਂ ਹੁੰਦੀਆਂ, ਵੱਡੇ ਟਰੈਕਟਰ ਹੁੰਦੇ ਆ, ਤੇ ਕੀ ਜਿਹੜੇ ਆਮ ਕਿਸਾਨ ਆ ਉਹ ਇੱਥੇ ਇਹ ਚੀਜ਼ਾਂ ਅਫੋਰਡ ਕਰ ਸਕਦੇ ਆ, ਜਾਂ ਫਿਰ ਇਹ ਜਿਹੜੀ ਐਗਰੀਕਲਚਰ ਹੁੰਦੀ ਆ ਉਹਦੇ ਨਾਲ ਇਹ ਵੱਡੇ ਕਾਰਪੋਰੇਟਸ ਜਿਹੜੇ ਉਹ ਲੈ ਕੇ ਆਉਂਦੇ ਆ? ਜੀ ਬਹੁਤ ਵਧੀਆ ਕੁਐਸਚਨ ਪੁੱਛਿਆ। ਫਰਜ਼ ਕਰੋ ਇੱਥੇ ਕਿਸੇ ਨੇ ਸੋਇਆਬੀਨ ਲਾਇਆ, ਆਪਾਂ ਇੱਥੇ ਦੀ ਗੱਲ ਕਰੀਏ, ਮੇਰੇ ਜਾਣ ਪਛਾਣ ਦੇ ਵਿੱਚ ਮੇਰੇ ਮਿੱਤਰ ਆ ਬਹੁਤ ਚੰਗੇ, ਉਹਨਾਂ ਦਾ ਫਾਰਮ ਹੈ 100 ਕਿੱਲਿਆਂ ਦਾ, ਉਹ ਆਪਣੇ ਫਾਰਮ ਦੇ ਵਿੱਚ ਸੋਇਆਬੀਨ ਲਾਉਂਦੇ ਆ। ਜਦੋਂ ਉਹ ਸੋਇਆਬੀਨ ਲਾਉਂਦੇ ਆ, ਜਦੋਂ ਉਹ ਬਾਜ਼ਾਰ 'ਚ ਜਾਂਦੇ ਆ ਬੀਜ ਖਰੀਦਣ, ਤੇ ਉਹਨਾਂ ਨੂੰ ਜਿਹੜੀ ਉਹ ਕੰਪਨੀ ਅੱਗੇ ਬੈਠੀ ਉਹ ਕਹਿੰਦੀ ਹੈ ਕਿ ਲਓ ਜੀ ਬੀਜ, ਤੁਹਾਨੂੰ ਬੀਜ ਦੇ ਪੈਸੇ ਦੇਣ ਦੀ ਲੋੜ ਨਹੀਂ ਹੈ, ਕਿਉਂਕਿ ਅਸੀਂ ਤੁਹਾਡੀ ਕ੍ਰੈਡਿਟ ਐਪਲੀਕੇਸ਼ਨ ਅਪਰੂਵ ਕਰਤੀ ਹੈ, ਤੇ ਉਹਦੇ ਤਹਿਤ ਤੁਹਾਨੂੰ ਇਹ ਜਿਹੜੇ ਬੀਜ ਹੈ ਤੁਸੀਂ ਰੱਖ ਲਓ। ਹਾਂਜੀ, ਫਸਲ ਵੇਚਣੀ ਹੈ ਤਾਂ ਤੁਸੀਂ ਦੱਸੋ। ਅੱਛਾ, ਉਸੇ ਟਾਈਮ ਉਹ ਫਸਲ ਵੀ ਵੇਚਦੇ ਆ, ਨਾ ਉਹਨਾਂ ਨੂੰ ਥ੍ਰੈਸ਼ਰ, ਕੰਬਾਈਨ, ਨਾ ਹਾਰਵੈਸਟਰ, ਕਿਸੇ ਚੀਜ਼ ਦੀ ਉਹਨਾਂ ਨੂੰ ਲੋੜ ਨਹੀਂ ਹੈ। ਤੇ ਉਹ ਜਦੋਂ ਮਤਲਬ ਕਿ ਹਾਰਵੈਸਟਿੰਗ ਦਾ ਜਦੋਂ ਸਮਾਂ ਆਏਗਾ, ਤਾਂ ਉਹਨਾਂ ਨੂੰ ਇੱਕ ਸਕੈਜੂਲ ਕਰਨਾ ਪੈਂਦਾ ਕਿ ਤੁਸੀਂ ਕੋਈ ਵੀ ਦਿਨ ਜਿਹੜਾ ਉਹ ਨਿਰਧਾਰਿਤ ਕਰ ਲਓ, ਕੋਈ ਵੀ ਦਿਨ ਜਿਹੜਾ ਤੁਸੀਂ ਡਿਸਾਈਡ ਕਰ ਲਓ। ਉਸ ਦਿਨ ਤੇ ਉਹ ਆਪਣਾ ਸਾਰਾ ਇਕਵਿਪਮੈਂਟ ਜਿਹੜਾ ਉਹ ਲੈ ਕੇ ਆਉਂਦੇ। ਤਾਂ ਸੋ ਆਮ ਕਿਸਾਨ ਨੂੰ ਤਾਂ ਇਹਨਾਂ ਚੀਜ਼ਾਂ ਦੀ ਲੋੜ ਹੀ ਨਹੀਂ ਪੈਂਦੀ, ਨਾ ਉਹਨਾਂ ਨੂੰ ਇਸ ਚੀਜ਼ਾਂ ਦੀ ਲੀਜ਼ ਤੇ ਲੈਣ ਤੇ ਲੋੜ ਪਵੇ, ਨਾ ਉਹਨਾਂ ਇੱਥੇ ਤਾਂ ਜੀ ਦੇਖੋ ਬਰਫ਼ ਵੀ ਬਹੁਤ ਪੈਂਦੀ ਹੈ, ਆਪਾਂ ਤੁਹਾਨੂੰ ਪਤਾ ਹੈ ਨਾ, ਖਾਸ ਕਰਕੇ ਓਨਟਾਰੀਓ ਸਾਈਡ ਤੇ ਸਸਕੈਚੁਅਨ ਵਾਲੀ ਸਾਈਡ ਜਿਹੜੀ ਹੈ ਬਹੁਤ ਜ਼ਿਆਦਾ ਬਰਫ਼ ਪੈਂਦੀ ਹੈ। ਕੁਦਰਤੀ ਤੌਰ ਤੇ ਇੱਥੇ ਜਿਹੜਾ ਮਤਲਬ ਕਣਕਾਂ ਦਾ ਸਿਸਟਮ ਵੀ ਇੱਦਾਂ ਦਾ ਕਿ ਉਹ ਸਨੋ ਦੇ ਵਿੱਚ ਹੀ, ਤੁਹਾਨੂੰ ਵੀ ਸ਼ਾਇਦ ਪਤਾ ਹੋਵੇ, ਸਨੋ ਦੇ ਵਿੱਚ ਹੀ ਉਹ ਵਧੀ ਜਾਂਦੀ ਹੈ। ਸੋ ਇੰਨਾ ਜ਼ਿਆਦਾ ਇੱਥੇ ਤਾਂ ਇਰੀਗੇਸ਼ਨ ਦਾ ਵੀ ਉਹਨਾਂ ਨੂੰ ਕੋਈ ਲੋੜ ਨਹੀਂ ਪੈਂਦੀ ਓਨਟਾਰੀਓ ਦੇ ਵਿੱਚ, ਖਾਸ ਕਰਕੇ ਆਪਾਂ ਜੇ ਕਣਕਾਂ ਦੀ, ਸੋਇਆਬੀਨ ਦੀ ਗੱਲ ਕਰੀਏ, ਤਾਂ ਕਿਸੇ ਤਰ੍ਹਾਂ ਦੀ ਉਹਨਾਂ ਨੂੰ ਕੋਈ ਪਾਣੀ ਦੀ ਵੀ ਲੋੜ ਨਹੀਂ ਪੈਂਦੀ। ਸੋ ਇਹ ਚੀਜ਼ ਜਿਹੜੀ ਹੈ ਉਹ ਇੰਡੀਆ ਦੇ ਵਿੱਚ, ਜੇ ਇਹ ਸਾਰੀਆਂ ਚੀਜ਼ਾਂ ਜੇ ਇੰਡੀਆ ਦੇ ਵਿੱਚ ਲਾਗੂ ਹੋਈਆਂ ਹੋਣ ਨਾ, ਤਾਂ ਅੱਜ ਜਿਹੜੇ ਕਿਸਾਨ ਆ ਉਹ ਫਿਰ ਸੜਕਾਂ ਤੇ ਨਾ ਬੈਠੇ ਹੁੰਦੇ। ਜੀ ਬਿਲਕੁਲ। ਔਰ ਮੇਰੇ ਖਿਆਲ ਨਾਲ ਕਾਫੀ ਹੱਦ ਤੱਕ ਜਿਹੜੀ ਹੈ ਇੱਥੇ ਉਸ ਚੀਜ਼ਾਂ ਨਾਲ, ਕਿਉਂਕਿ ਅਸੀਂ ਦੇਖਦੇ ਹਾਂ ਕਿ ਜੇਕਰ ਇੰਡੀਆ ਦਾ ਬੈਂਕਿੰਗ ਸਿਸਟਮ ਹੈ ਤਾਂ ਉੱਥੋਂ ਤੰਗ ਆ ਕੇ ਤਕਰੀਬਨ ਹਜ਼ਾਰਾਂ ਕਿਸਾਨ ਜਿਹੜੇ ਖੁਦਕੁਸ਼ੀਆਂ ਕਰ ਚੁੱਕੇ ਆ। ਪੰਜਾਬ 'ਚ ਹੀ ਹਜ਼ਾਰਾਂ ਦੀ ਗਿਣਤੀ ਖੁਦਕੁਸ਼ੀਆਂ ਹੋ ਚੁੱਕੀਆਂ। ਪਰ ਇੱਥੇ ਜਦੋਂ ਬੈਂਕਾਂ ਤੋਂ ਕਰਜ਼ਾ ਲੈ ਜਾਂਦਾ ਤਾਂ ਇੱਥੇ ਕਿਸ ਤਰ੍ਹਾਂ ਦੀ ਅਵਸਥਾ ਹੈ ਕਿ ਜੇਕਰ ਮੰਨ ਲਓ ਕਿਸਾਨ ਕੋਲੋਂ ਕਰਜ਼ਾ ਨਹੀਂ ਵੀ ਦੇ ਹੋਇਆ ਤਾਂ ਉੱਥੇ ਫਿਰ ਕੀ ਕੀਤਾ ਜਾਂਦਾ ਹੈ? ਇਹ ਵੀ ਬਹੁਤ ਤੁਸੀਂ ਵਧੀਆ ਕੁਐਸਚਨ ਪੁੱਛਿਆ। ਦੇਖੋ, ਇੱਕ ਮੌਰਗੇਜ ਹੁੰਦੀ ਹੈ, ਜਿਵੇਂ ਆਮ ਤੌਰ ਤੇ ਸਾਰੇ ਜਣੇ ਲੋਕ ਇੱਥੇ ਮੌਰਗੇਜ ਤੇ ਘਰ ਲੈਂਦੇ ਆ। ਹੁਣ ਮੌਰਗੇਜ ਦਾ ਸਿਸਟਮ ਕੀ ਹੁੰਦਾ, ਕਿ ਜਿਹੜਾ ਬੈਂਕ ਹੈ ਨਾ, ਉਹ ਮੌਰਗੇਜ ਇੱਦਾਂ ਦੇਖਦਾ ਕਿ ਜੇ ਤਾਂ ਸ਼ਹਿਰ ਦੇ ਵਿੱਚ ਮੌਰਗੇਜ ਹੈ, ਉਹ ਛੇਤੀ ਅਪਰੂਵ ਕਰ ਦਿੰਦਾ, ਠੀਕ ਹੈ ਜੀ। ਜੇ ਉਹ ਤੁਸੀਂ ਫਾਰਮ ਲੈਂਡ ਦੀ ਮੌਰਗੇਜ ਲੈਣੀ ਹੋ ਸਕਦਾ ਉਹ ਇੰਨੀ ਛੇਤੀ ਨਾ ਹੋਵੇ। ਉਹਦਾ ਇੱਕ ਬਹੁਤ ਵੱਡਾ ਰੀਜ਼ਨ ਹੈ, ਕਿਉਂਕਿ ਜੇ ਮੌਰਗੇਜ ਹੋਗੀ ਫਾਰਮ ਲੈਂਡ ਤੇ ਕੱਲ ਨੂੰ ਉਹਨਾਂ ਨੇ 2-4 ਕਿਸ਼ਤਾਂ ਮਿਸ ਕਰਤੀਆਂ, ਤਾਂ ਫਾਰਮਰ ਨੂੰ ਫਾਰਮ ਲੈਂਡ ਤੋਂ ਕੈਨੇਡਾ ਦੇ ਵਿੱਚ ਕੱਢਿਆ ਨਹੀਂ ਜਾ ਸਕਦਾ। ਇਹ ਰੂਲ ਹੈ ਇੱਥੇ ਦਾ। ਤੁਸੀਂ, ਇਹ ਬੈਂਕਿੰਗ ਦਾ ਲਾਅ ਹੈ, ਤੁਸੀਂ ਨਹੀਂ ਕੱਢ ਸਕਦੇ ਉਹਨਾਂ ਨੂੰ। ਤੇ ਇਦਾਂ ਮਤਲਬ ਜੇ ਆਪਾਂ ਇਹ ਚੀਜ਼ ਦੇਖੀ ਜਾਵੇ ਕਿ ਇੱਥੇ ਹੋਰ ਬੜੇ ਤਰ੍ਹਾਂ ਦੇ ਲਾਅ ਹੈ। ਆਪਾਂ ਦੇਖੋ, ਪਹਿਲਾਂ ਇਹ ਆਪਾਂ ਗੱਲ ਕੀਤੀ ਸੀ ਨਾ ਕਿ ਹਮੇਸ਼ਾ ਕਦੀ ਵੀ ਇੱਕ ਚੀਜ਼ ਨਹੀਂ ਹੁੰਦੀ, ਉਹਦੇ ਨਾਲ ਬੜੇ ਸਪੋਰਟਿੰਗ ਫੈਕਟਰਸ ਹੁੰਦੇ। ਇਹਦੇ ਨਾਲ ਹੁਣ ਸਪੋਰਟਿੰਗ ਆਰਗੇਨਾਈਜੇਸ਼ਨਸ ਹੈ, EDC ਐਕਸਪੋਰਟ ਡਿਵੈਲਪਮੈਂਟ ਕੈਨੇਡਾ, BDC ਹੈ, ਤੇ ਜਿਹੜੇ ਬੈਂਕਿੰਗ ਸਿਸਟਮ ਹੈ ਇੱਥੇ ਦਾ ਉਹ ਹੈ। ਜਿਹੜਾ ਫਿਰ ਆਪਾਂ ਇੰਸ਼ੋਰੈਂਸ ਦੀ ਗੱਲ ਕਰੀਏ ਉਹ ਹੈ। ਤੇ ਹੁਣ ਤੁਸੀਂ ਇੱਕ ਨਵਾਂ ਜਿਹੜਾ ਪੁਆਇੰਟ ਐਡ ਕਰਤਾ ਕਿ ਕੱਲ ਨੂੰ ਫਰਜ਼ ਕਰੋ ਕਿ ਜਿਹੜੇ ਫਾਰਮ ਦੇ ਉੱਤੇ ਮੌਰਗੇਜ ਹੋਈ ਹੈ, ਉਹ ਜੇ ਫਾਰਮਰ ਹੈ ਜਿਹੜਾ ਇੱਥੇ ਦਾ ਕਿਸਾਨ ਹੈ, ਉਹ ਨਹੀਂ ਦੇ ਪਾਉਂਦਾ, ਤਾਂ ਉਹਨੂੰ ਇੰਨਾ ਡਰ ਨਹੀਂ ਹੈ, ਜੋ ਉਹਨੂੰ ਆਤਮ ਹੱਤਿਆ ਕਰਨ ਦੀ ਨਹੀਂ ਲੋੜ ਪਏਗੀ, ਇੰਨੀ ਨੌਬਤ ਨਹੀਂ ਆਏਗੀ ਜੀ। ਅੱਛਾ ਪ੍ਰਭ ਸਿਮਰ ਜੀ, ਅਖੀਰ ਦੇ ਵਿੱਚ ਆਪਾਂ ਜੇ ਮੋਟੇ ਪੁਆਇੰਟ ਕਹਿੰਦੇ ਹੁਣ ਕਿ ਜਿਸ ਤਰੀਕੇ ਨਾਲ ਅਮਰੀਕਾ 'ਚ ਤੁਸੀਂ ਕਹਿੰਦੇ ਹੋ ਕਿ ਸਿਸਟਮ ਪੂਰੀ ਤਰ੍ਹਾਂ ਫੇਲ ਹੋਇਆ, ਕਿਹੜੇ ਇਹੋ ਜਿਹੇ ਪੁਆਇੰਟ ਹੈ ਜੇ ਆਪਾਂ ਉਹ ਪੋਟਿਆਂ ਤੇ ਕਹਿੰਦੇ ਹੁਣ ਕਿ ਜਿਹੜੇ ਇਸ ਖੇਤੀ ਸੈਕਟਰ ਲਈ ਘਾਤਕ ਸਾਬਤ ਹੋ ਸਕਦੇ ਆ, ਜਿਹੜੇ ਇਸ ਜੇਕਰ ਕਾਰਪੋਰੇਟ ਜਿਹੜੇ ਇਸ ਸੈਕਟਰ 'ਚ ਜਿਹੜੇ ਐਂਟਰ ਕਰਦੇ ਤਾਂ? ਦੇਖੋ ਜੀ, ਸਭ ਤੋਂ ਪਹਿਲਾਂ ਜਿਹੜੇ ਆਪਾਂ ਸ਼ੁਰੂਆਤ ਦੇ ਵਿੱਚ ਇੱਕ ਗੱਲ ਕੀਤੀ ਸੀ ਕਿ ਇਹ ਮਾਰਕੀਟ ਨੂੰ ਓਪਨ ਮਾਰਕੀਟ ਦੇ ਤੌਰ ਤੇ ਜਿਹੜਾ ਪ੍ਰਮੋਟ ਕੀਤਾ ਜਾ ਰਿਹਾ, ਉਹ ਬਿਲਕੁਲ ਵੀ ਓਪਨ ਮਾਰਕੀਟ ਨਹੀਂ ਹੈਗੀ। ਇਹ ਜਦੋਂ ਤੱਕ ਕਿ ਇੰਡੀਆ ਦਾ ਬੈਂਕਿੰਗ ਸੈਕਟਰ ਇੰਪਰੂਵ ਨਹੀਂ ਹੁੰਦਾ, ਜਦੋਂ ਤੱਕ ਕਿ ਇੱਕ ਆਰਬਿਟ੍ਰੇਸ਼ਨ ਜਿਹੜੀ ਹੈ ਉਹ ਫਾਰਮਰਸ ਨੂੰ ਨਹੀਂ ਦਿੱਤੀ ਜਾਂਦੀ, ਇੱਕ ਜਿਹੜੀ ਇੱਕ ਟਰਸ਼ਰੀ ਬੋਡੀ ਹੈ, ਜਿਹੜੀ ਇੱਕ ਥਰਡ ਪਾਰਟੀ ਇੱਕ ਬੋਡੀ ਕ੍ਰੀਏਟ ਕੀਤੀ ਜਾਵੇ,
ਜਿਹੜੀ ਕਿ ਆਰਬਿਟਰੇਟਰ ਦਾ ਕੰਮ ਕਰੇ, ਜਿਹਦੇ ਕਿ ਉਹਨਾਂ ਨੂੰ ਸਹੀ ਤਰੀਕੇ ਨਾਲ ਆਰਬਿਟ੍ਰੇਸ਼ਨ ਦੇਵੇ, ਜਿਹੜੇ ਕੰਟਰੈਕਟਸ ਹੈ ਐਜ਼ ਉਹਨਾਂ ਦੇ ਕੋਲ ਸਾਈਨ ਹੋਣ, ਤੇ ਤਾਂ ਹੀ ਇਹ ਚੀਜ਼ ਦਾ ਜਿਹੜਾ ਇਹਨੂੰ ਪ੍ਰੋਪਰ ਤੌਰ ਤੇ ਆਪਾਂ ਇਹ ਕਹਿ ਸਕਦੇ ਹਾਂ ਕਿ ਹਾਂ ਇੱਕ ਕਾਨੂੰਨ ਜਿਹੜਾ ਹੈ ਉਹ ਆਪਾਂ ਮਤਲਬ ਕਿ ਮੱਦੇਨਜ਼ਰ ਕਰਨ ਵਾਲਾ ਹੈ ਵੀ ਹੈ ਕਿ ਨਹੀਂ ਹੈ। ਦੇਖੋ ਸਭ ਤੋਂ ਵੱਡੀ ਗੱਲ ਕੀ ਹੁੰਦੀ ਹੈ ਕਿ ਜਿਹੜੇ ਫਾਰਮਰਸ ਹੁੰਦੇ ਆ ਨਾ, ਉਹਨਾਂ ਨੂੰ ਚਾਹੇ ਕਿ ਉਹ ਆਪਾਂ ਅਮਰੀਕਾ ਦੀ ਗੱਲ ਕਰੀਏ, ਚਾਹੇ ਕਿ ਉਹ ਆਪਾਂ ਕੈਨੇਡਾ ਦੀ ਗੱਲ ਕਰੀਏ, ਚਾਹੇ ਬਹੁਤ ਵੱਡੇ ਜਿਹੜੇ ਮੁਲਕ ਹੈ ਉੱਥੇ ਦੀ ਗੱਲ ਕਰੀਏ, ਇੱਥੇ ਇੱਦਾਂ ਦੇ ਵੀ ਲੋਕ ਹੈਗੇ ਜਿਨ੍ਹਾਂ ਕੋਲ ਹੁਣ ਫਾਰਮਲੈਂਡ ਦੀ ਜਿਹੜੀ ਪ੍ਰਾਈਸ ਦੀ ਵੀ ਆਪਾਂ ਗੱਲ ਕਰਦੇ ਹਾਂ ਨਾ, ਇੱਥੇ ਫਾਰਮਲੈਂਡ ਦਾ ਪ੍ਰਾਈਸ ਹੋਰ ਹੈ, ਅਫੋਰਡੇਬਿਲਿਟੀ ਦੀ ਗੱਲ ਆ ਜਾਂਦੀ ਹੈ ਸਾਰੀ, ਹੈ ਨਾ। ਹੁਣ ਤੁਸੀਂ ਫਾਰਮਿੰਗ ਸ਼ੁਰੂ ਕਰਨੀ ਹੈ, ਇੱਥੇ ਤੇ ਬੜੇ ਲੋਕ ਇੱਦਾਂ ਦੇ ਜਿਹੜੇ ਹੁਣ ਨਵੀਆਂ ਚੀਜ਼ਾਂ ਤੁਸੀਂ ਦੇਖੋ ਵੀ ਵੁੱਡ ਦੀ ਫਾਰਮਿੰਗ, ਜਿਹੜੀ ਲੱਕੜ ਦੀ ਫਾਰਮਿੰਗ ਹੁੰਦੀ ਹੈ, ਇੱਥੇ ਜਿਹੜੇ ਆਪਣੇ ਮਸ਼ਰੂਮਸ ਦੀ ਫਾਰਮਿੰਗ ਹੁੰਦੀ ਹੈ, ਇੱਕ ਨਵੀਂ ਚੀਜ਼ ਆਈ ਹੈ, ਉਹਨੂੰ ਕਹਿੰਦੇ ਆ ਆਪਣਾ ਐਨੇ ਨਾਰਥ ਅਮਰੀਕਨ ਜਿਨਸੈਂਗ, ਠੀਕ ਹੈ ਜੀ। ਉਹ ਤੁਹਾਨੂੰ ਮਤਲਬ ਮਿਲੀਅਨਸ ਆਫ ਡਾਲਰਸ ਜਿਹੜਾ ਹੈ ਉਹ ਤੁਹਾਨੂੰ ਇੱਕ ਫਾਰਮ ਚੋਂ ਮਤਲਬ ਸ਼ਾਇਦ ਤਕਰੀਬਨ 3-3.5 ਲੱਖ ਡਾਲਰ ਜਿਹੜਾ 1 ਏਕੜ ਦੇ ਫਾਰਮ 'ਚ ਤੁਹਾਨੂੰ ਨਿਕਲ ਸਕਦਾ ਉਹ। ਸੋ ਇਹ ਚੀਜ਼ ਜਿਹੜੀ ਆਪਣੀ ਜਿਹੜੀ ਪੰਜਾਬ ਦੀ ਜ਼ਮੀਨ ਹੈ ਜੀ, ਉਹ ਤਾਂ ਹੈ ਹੀ ਬਹੁਤ ਵਧੀਆ। ਦੇਖੋ ਜੇ ਆਪਾਂ ਕਿਤੇ ਮੁਕਤਸਰ ਦੀ ਗੱਲ ਲਈਏ ਜਾਂ ਬਠਿੰਡੇ ਵਾਲੀ ਸਾਈਡ ਦੀ ਗੱਲ ਲਈਏ, ਉੱਥੇ ਨਰਮਾ ਬਹੁਤ ਵਧੀਆ ਹੁੰਦਾ। ਜੇ ਆਪਾਂ ਆਪਣੇ ਇੱਧਰ ਲੁਧਿਆਣੇ ਵਾਲੀ ਸਾਈਡ ਆ ਜਾਈਏ ਤੇ ਇੱਥੇ ਕਣਕਾਂ ਹੁੰਦੀਆਂ, ਝੋਨਾ ਹੁੰਦਾ, ਕਮਾਦ ਹੁੰਦਾ। ਤੇ ਜੇ ਜਿਹੜੀ ਪੰਜਾਬ ਦੀ ਜ਼ਮੀਨ ਹੈ ਨਾ ਜੀ, ਉੱਥੇ ਚਾਰੇ ਤਰ੍ਹਾਂ ਦੀਆਂ ਫਸਲਾਂ ਹੁੰਦੀਆਂ। ਨਰਮਾ ਉਹ ਚੀਜ਼ ਹੈ ਜਿਹਨੂੰ ਪਾਣੀ ਦੀ ਇੱਕ ਬੂੰਦ ਨਹੀਂ ਚਾਹੀਦੀ ਤੇ ਕਰੰਡ ਹੋ ਜਾਊਗਾ, ਤੇ ਉਸੇ ਥਾਂ ਤੇ ਝੋਨਾ ਉਹ ਚੀਜ਼ ਹੈ ਜਿਹਨੂੰ ਕਿ ਪਾਣੀ ਹੀ ਪਾਣੀ ਚਾਹੀਦਾ। ਤੇ ਕੈਨੇਡਾ ਵਰਗੀ ਜਿਹੜੀ ਕੰਟਰੀ ਹੈ ਨਾ, ਉਹ ਜ਼ੋਰ ਲਾ ਲਵੇ ਅੰਬ ਨਹੀਂ ਹੋ ਸਕਦੇ ਇੱਥੇ, ਜ਼ੋਰ ਲਾ ਲੈਣ ਇੱਥੇ ਕਮਾਦ ਨਹੀਂ ਹੋ ਸਕਦਾ, ਜ਼ੋਰ ਲਾ ਲੈਣ ਇੱਥੇ ਝੋਨਾ ਨਹੀਂ ਹੋ ਸਕਦਾ। ਮਤਲਬ ਕੈਨੇਡਾ ਨਾਲੋਂ ਕਿਤੇ ਜ਼ਿਆਦਾ ਵਧੀਆ ਜ਼ਮੀਨ ਪੰਜਾਬ ਦੇ ਵਿੱਚ ਹੈ ਜੀ। ਇਹ ਮਤਲਬ ਜੇ ਆਪਾਂ ਇਸ ਚੀਜ਼ ਨੂੰ ਇੱਦਾਂ ਹੀ ਕੰਪੇਅਰ ਕਰਨਾ ਚਾਹੁੰਦੇ ਹਾਂ ਨਾ, ਤਾਂ ਫਿਰ ਇਹ ਦੇਖੀਏ ਕਿ ਪੰਜਾਬ ਉਹਨਾਂ ਜ਼ਿਆਦਾ ਖੁਸ਼ਹਾਲ ਕਿਉਂ ਨਹੀਂ ਹੈ। ਇੱਕ ਪੰਜਾਬ ਦਾ ਫਾਰਮਰ ਤੁਸੀਂ ਇੱਥੇ ਜਾ ਕੇ ਦੇਖੋ, ਇੱਥੇ ਜਿਹਦੇ ਕੋਲ 100 150 ਕਿੱਲੇ ਜਿਹੜੇ ਹੈਗੇ ਆ, ਆਮ ਜੀ ਗੱਲ ਸਮਝੀ ਜਾਂਦੀ ਹੈ। ਤੇ ਜਿਹੜਾ ਕੋਈ ਵੱਡਾ ਫਾਰਮਰ ਸਮਝਿਆ ਜਾਂਦਾ, ਉਹਨੂੰ 500,000 ਕਿੱਲਿਆਂ ਤੋਂ ਉੱਪਰ ਸਮਝਿਆ ਜਾਂਦਾ ਕਿ ਇਹ ਕੋਈ ਬਹੁਤ ਵੱਡਾ ਫਾਰਮਰ ਹੈ। ਜਿਹਦੇ ਕੋਲ 100 ਕਿੱਲੇ ਜ਼ਮੀਨ ਹੈ, ਤਾਂ ਉਹਨੂੰ ਕੋਈ ਬਹੁਤ ਵੱਡਾ ਫਾਰਮਰ ਇੱਥੇ ਨਹੀਂ ਕੈਨੇਡਾ ਦੇ ਵਿੱਚ ਗਿਣਿਆ ਜਾਂਦਾ। ਤੇ ਇਹ ਸਾਰਾ ਸਟਰਕਚਰ ਆਪਾਂ ਇੱਦਾਂ ਹੁਣ ਇਹਨੂੰ ਆਪਾਂ ਅੱਧੇ ਘੰਟੇ ਦੇ ਵਿੱਚ ਕਵਰ ਕਰਨਾ ਬੜਾ ਮੁਸ਼ਕਿਲ ਹੋਏਗਾ। ਇੱਦਾਂ ਦੇ ਹਜ਼ਾਰਾਂ ਹੀ ਪੁਆਇੰਟ ਆ ਜਿਹੜੇ ਆਪਾਂ ਉਹ ਕਰ ਸਕਦੇ ਹਾਂ ਕਿ ਮਤਲਬ ਆਪਾਂ ਜੇ ਉਂਗਲੀਆਂ ਤੇ ਗਿਣਨੇ ਹੁਣ ਆਪਾਂ ਆਨਲਾਈਨ ਮਾਰਕੀਟ ਦੀ ਗੱਲ ਜਿਹੜੀ ਕੀਤੀ ਹੈ, ਹੁਣ ਇੱਥੇ ਬਿਲਕੁਲ ਇੱਕ ਕ੍ਰਿਸਟਲ ਕਲੀਅਰ ਮਾਰਕੀਟ ਦਿੱਤੀ ਜਾਂਦੀ ਹੈ, ਚਾਹੇ ਉਹ ਸੀ ਬੋਟ ਹੈ। ਤੁਸੀਂ ਇੱਕ ਜਿਵੇਂ ਤੁਸੀਂ ਕਹਿ ਰਹੇ ਹੋ, ਮੈਨੂੰ ਲੱਗਦਾ ਕਿ ਇੱਕ ਨੁਕਤਾ ਨਿਕਲ ਕੇ ਸਾਹਮਣੇ ਆਇਆ ਕਿ ਜਿਹੜਾ ਪੰਜਾਬ ਜਾਂ ਭਾਰਤ ਦਾ ਕਿਸਾਨ ਹੈ, ਉਹਨੂੰ ਭਾਰਤ ਦੀਆਂ ਕੰਪਨੀਆਂ ਅੱਗੇ ਸੁੱਟ ਦਿੱਤਾ ਗਿਆ ਕਿ ਤੁਸੀਂ ਸਿਰਫ ਇਹਨਾਂ ਨੂੰ ਵੇਚ ਸਕਦੇ ਹੋ, ਜਾਂ ਭਾਰਤ ਦੇ ਲੋਕਾਂ ਨੂੰ ਕਿਸ ਤਰੀਕੇ ਨਾਲ ਉਹ ਬਾਅਦ 'ਚ ਪ੍ਰੋਡਕਟ ਤਿਆਰ ਕਰਕੇ ਬੈਕ ਵੇਚਣਾ ਜਾਂ ਇੰਟਰਨੈਸ਼ਨਲ ਮਾਰਕੀਟ ਵਿੱਚ ਕਿਵੇਂ ਵੇਚਣਾ, ਇਹ ਜਿਹੜੀ ਸਾਰੀ ਖੁੱਲ੍ਹ ਆ ਫਿਰ ਇਹ ਉਹਨਾਂ ਕੰਪਨੀਆਂ ਨੂੰ ਦਿੱਤੀ ਗਈ ਆ। ਸੋ ਇਸ ਕਰਕੇ ਇਹਦਾ ਫਾਇਦਾ ਜਿਹੜਾ ਬਹੁਤਾ ਕਿਸਾਨ ਨੂੰ ਨਹੀਂ ਹੋਣਾ। ਨਹੀਂ ਜੀ, ਇਹ ਵੱਡੀਆਂ ਕੰਪਨੀਆਂ ਨੂੰ ਹੋਏਗਾ ਕਿਉਂਕਿ ਫਾਈਨੈਂਸ ਉਹਨਾਂ ਦੇ ਕੋਲ ਹੈ, ਸਟੋਰੇਜ ਉਹਨਾਂ ਦੇ ਕੋਲ ਹੈ, ਪ੍ਰੋਸੈਸਿੰਗ ਪਾਵਰ ਉਹਨਾਂ ਦੇ ਕੋਲ ਹੈ। ਕਿਸਾਨ ਦੇ ਕੋਲ ਪੈਕੇਜਿੰਗ ਪ੍ਰੋਸੈਸਿੰਗ ਕਿੱਥੇ ਹੈ? ਜੇ ਕਿਸਾਨ ਆਪਣੇ ਫਸਲ ਦੇ ਉੱਤੇ ਜਿੰਨਾ ਵੀ ਚਾਹੇ ਉਹ ਮਤਲਬ ਕਿ ਚਾਹੇ ਉਹਨਾਂ ਕੋਲ 1 ਏਕੜ ਹੈ, ਜਾਂ ਚਾਹੇ ਉਹਨਾਂ ਕੋਲ 5 ਏਕੜ ਹੈ, ਚਾਹੇ ਉਹਨਾਂ ਕੋਲ 10 ਏਕੜ ਹੈ, ਤੇ ਉਹੀ ਜੇ ਆਪਣੀਆਂ ਫਸਲਾਂ ਨੂੰ ਆਪ ਹੀ ਪ੍ਰੀ ਪੈਕੇਜ ਕਰਕੇ ਤੇ ਚਾਹੇ ਉਹਨੂੰ ਇੱਕ ਮਾਰਕੀਟ ਦੇ ਵਿੱਚ ਐਕਸਪੋਰਟ ਕਰ ਦੇਣ, ਤਾਂ ਕਿਸਾਨ ਬਹੁਤ ਖੁਸ਼ ਹੋ ਸਕਦਾ। ਫਿਰ ਉਹਨੂੰ ਆਪਾਂ ਅਸਲੀ ਦੇ ਜਿਹੜੀ ਇੰਟਰਨੈਸ਼ਨਲ ਮਾਰਕੀਟ ਮੰਨਾਂਗੇ। ਤੇ ਜੇ ਇੱਦਾਂ ਹੀ ਇੰਟਰਨੈਸ਼ਨਲ ਮਾਰਕੀਟ ਆਪਾਂ ਜੇ ਚਾਹੁੰਦੇ ਹਾਂ ਨਾ, ਤਾਂ ਫਿਰ ਜਿਹੜੀਆਂ ਵੱਡੀਆਂ ਕੰਪਨੀਆਂ, ਚਾਹੇ ਉਹ ADM ਹੋ ਗਈ, ਜਾਂ ਚਾਹੇ ਉਹ ਬੁੰਗੀ ਹੋ ਗਈ, ਜਾਂ ਚਾਹੇ ਉਹ ਕਾਰਗਿਲ ਹੋ ਗਈ, ਤੇ ਇਹ ਵਾਲੀਆਂ ਕੰਪਨੀਆਂ ਵੀ ਜਦੋਂ ਉੱਥੇ ਆਉਣਗੀਆਂ, ਜਿਵੇਂ ਕਿ ਉਹ ਕੈਨੇਡਾ ਦੇ ਵਿੱਚ ਬੈਠੀਆਂ ਜਾਂ ਅਮਰੀਕਾ ਦੇ ਵਿੱਚ ਬੈਠੀਆਂ ਜਾਂ ਵਰਲਡ ਦੇ ਵੱਡੇ ਐਗਰੀਕਲਚਰ ਕੰਟਰੀਜ਼ ਦੇ ਵਿੱਚ ਬੈਠੀਆਂ, ਤਾਂ ਫਿਰ ਜਦੋਂ ਇੰਡੀਆ ਦੇ ਵਿੱਚ ਆਉਣਗੀਆਂ, ਫਿਰ ਆਪਾਂ ਇਸ ਚੀਜ਼ ਨੂੰ ਇੰਟਰਨੈਸ਼ਨਲ ਮੰਡੀ ਜਿਹੜੀ ਉਹ ਸਮਝਾਂਗੇ ਐਕਚੁਅਲ ਦੇ ਵਿੱਚ। ਇਹ ਜਿਹੜਾ ਪੁਆਇੰਟ ਜੀ ਬਿਲਕੁਲ ਬਹੁਤ ਅਹਿਮ ਜਿਹੜੀ ਜਾਣਕਾਰੀ ਆ ਸੋ ਪ੍ਰਭ ਸਿੰਘ ਜੀ ਤੁਸੀਂ ਦਿੱਤੀ ਆ। ਔਰ ਇੱਥੇ ਇਹੀ ਇੱਕ ਗੱਲ ਸਮਝ ਆਉਂਦੀ ਹੈ ਕਿ ਬਹੁਤ ਸਾਰੀਆਂ ਜਿਹੜੀਆਂ ਊਣਤਾਈਆਂ ਨੇ ਇਹਨਾਂ ਕਾਨੂੰਨਾਂ ਵਿੱਚ, ਜਾਂ ਇਹ ਕਹਿ ਸਕਦੇ ਹਾਂ ਕਿ ਜਾਣਬੁੱਝ ਕੇ ਰੱਖੀਆਂ ਗਈਆਂ ਨੇ, ਕਿਉਂਕਿ ਕਿਸਾਨਾਂ ਵੱਲੋਂ ਲਗਾਤਾਰ ਦੋਸ਼ ਲਾਇਆ ਜਾ ਰਿਹਾ ਕਿ ਕਾਰਪੋਰੇਟ ਘਰਾਣਿਆਂ ਨੂੰ ਜਿਹੜਾ ਫਾਇਦਾ ਪਹੁੰਚਾਉਣ ਲਈ ਕਾਨੂੰਨ ਬਣਾਏ ਜਾ ਰਹੇ ਆ। ਸੋ ਪ੍ਰਭ ਸਿੰਘ ਜੀ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਲਈ ਤੇ ਇਸ ਅਹਿਮ ਜਾਣਕਾਰੀ ਨੂੰ ਸਾਂਝਾ ਕਰਨ ਲਈ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਜੀ। ਸੋ ਇਹ ਸੀ ਇੱਕ ਸਾਡੀ ਛੋਟੀ ਜਿਹੀ ਕੋਸ਼ਿਸ਼ ਕਿ ਅਸੀਂ, ਕਿਉਂਕਿ ਬਹੁਤ ਜ਼ਿਆਦਾ ਚਰਚਾ ਹੋ ਰਹੀ ਸੀ ਇਸ ਸੰਬੰਧੀ, ਕਿਉਂਕਿ ਅਮਰੀਕਾ ਦੇ ਖੇਤੀ ਮਾਡਲ ਦੀ ਗੱਲ ਕੀਤੀ ਜਾ ਰਹੀ ਸੀ, ਕੈਨੇਡਾ ਦੇ ਖੇਤੀ ਮਾਡਲ ਦੀ ਗੱਲ ਕੀਤੀ ਜਾ ਰਹੀ ਸੀ। ਕੋਈ ਲੋਕਾਂ ਵੱਲੋਂ ਜਿਹੜੇ ਹਮਾਇਤੀ ਨੇ ਉਹ ਕਹਿ ਰਹੇ ਕਿ ਇਹੀ ਖੇਤੀ ਮਾਡਲ ਜਿਹੜਾ ਉਹ ਕੈਨੇਡਾ ਵਿੱਚ ਵੀ ਆ, ਅਮਰੀਕਾ ਵਿੱਚ ਵੀ ਆ, ਪਰ ਕਿੰਨਾ ਫਰਕ ਆ, ਜੇ ਹੈਗਾ ਆ ਤਾਂ ਉਹਦੇ ਨੁਕਸਾਨ ਕੀ ਹੋਏ ਆ, ਉਹ ਅਸੀਂ ਥੋੜ੍ਹੇ ਸਾਂਝੇ ਕਰਨ ਦੀ ਕੋਸ਼ਿਸ਼ ਕੀਤੀ ਆ ਔਰ ਅੱਗੇ ਤੋਂ ਵੀ ਕੋਸ਼ਿਸ਼ ਕਰਦੇ ਰਹਾਂਗੇ। ਸੋ ਹੋਰ ਖਬਰਾਂ ਤੇ ਜਾਣਕਾਰੀ ਲਈ ਤੁਸੀਂ ਦੇਖਦੇ ਰਹੋ TV ਪੰਜਾਬ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਟੈਕਸ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ TV ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ TV ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।